हजारों ख्वाहिशें ऐसी कि हर ख्वाहिश से दम निकले। बहुत निकले मेरे अरमां, लेकिन फिर भी कम निकले। मंजिल मिलेगी भटक कर ही सही, गुमराह तो वह है जो घर से निकले ही नहीं। इश्क ने गालिब निकम्मा कर दिया, वरना हम भी आदमी थे काम के। हमको मालूम है जन्नत की हकीकत, लेकिन दिल को खुश रखने को गालिब ये ख्याल अच्छा है। ठिकाना तेरा कब्र है इबादत, कुछ तो कर ले गालिब। कहावत है कि खाली हाथ किसी के घर जाया नहीं करते। दर्द जब दिल में हो तो दवा कीजिए, दिल ही जब दर्द हो तो क्या कीजिए। उनके देखने से जो आ जाती है मुंह पर रौनक, वो समझते हैं बीमार का हाल अच्छा है। कितना खौफ होता है रात को अंधेरे में, जाके पूछ उन परिंदों से जिनके घर नहीं होते। गुजर जाएगा ये दौर भी गालिब, जरा इत्मीनान तो रख। जब खुशी न ठहरी तो गम की क्या औकात है। किसी ने हमसे पूछा कैसे हो तुम, हमने हंसकर कहा जिंदगी में गम है, गम में दर्द है, दर्द में मज़ा है और मज़े में हम हैं। उम्र भर गालिब यही गलती करते रहे। धूल चेहरे पर थी, हम आईना साफ करते रहे। चांद को ज़मीन पर उतरते देखा है, लफ्ज़ों का मतलब बदलते देखा है। यूं लोगों से उम्मीद ना बांध गालिब, हमने वक्त को रंग बदलते देखा है। सारी शायरी असादुल्ला बेग मिर्ज़ा दी है, जो कलमी ना गालिब नाल अज भी उसी तरह ही याद किए जाते हैं। फारसी काव्य रचना तो बाद उर्दू विच उन्हां दे खत बहुत ही व्यापक, गंभीर ते गहरे हैं। पर फारसी कविता विच शुरू विच इन्हां दा रुझान बहुत ज़्यादा सी। मुगल काल दे आखिरी महान ते प्रभावशाली कवियां दे ਇਹ सिरमौर कवि सन। आओ अज असीं मिर्ज़ा गालिब बारे महत्वपूर्ण जानकारी हासिल करिए। शुभ शाम। मिर्ज़ा गालिब शायरे रंगी नवां दीदाए बीनाए कौम। शायरे रंगी नवां दीदाए बीनाए कौम, अपने जज्बिਆਂ ਨੂੰ रंगीन बोली ਵਿੱਚ ਬਿਆਨ ਕਰਨ ਵਾਲਾ ਕਵੀ ਕੌਮ ਦੀ ਅੱਖ ਹੁੰਦਾ ਹੈ। ਮਿਰਜ਼ਾ ਗਾਲਿਬ ਕਵਿਤਾ ਦੇ ਆਕਾਸ਼ ਵਿੱਚ ਇੱਕ ਚਮਕਦੇ ਤਾਰੇ ਦੀ ਨਿਆਈ ਹਨ। ਉਰਦੂ ਸਾਹਿਤ ਵਿੱਚ ਉਹਨਾਂ ਦੀ ਉਤਨੀ ਹੀ ਉੱਚੀ ਥਾਂ ਹੈ ਜਿੰਨੀ ਕਿ ਗੈਟੇ ਦੀ ਜਰਮਨ ਸਾਹਿਤ ਵਿੱਚ, ਸ਼ੇਕਸਪੀਅਰ ਦੀ ਅੰਗਰੇਜ਼ੀ ਸਾਹਿਤ ਵਿੱਚ ਤੇ ਰਵਿੰਦਰਨਾਥ ਦੀ ਬੰਗਾਲੀ ਸਾਹਿਤ ਵਿੱਚ। ਗਾਲਿਬ ਦੀ ਕਵਿਤਾ ਵਿੱਚ ਇੱਕ ਸੋਜ਼ ਹੈ, ਲੈ ਹੈ, ਇੱਕ ਅਨੋਖਾ ਅੰਦਾਜ਼ ਹੈ ਤੇ ਉਸ ਵਿੱਚ ਮਨੁੱਖ ਜਾਤੀ ਲਈ ਅਕਹਿ ਪਿਆਰ ਪਿਆ ਹੈ, ਠਾਠਾ ਮਾਰਦਾ ਹੈ। ਗਾਲਿਬ ਦੀ ਕਵਿਤਾ ਮਨੁੱਖੀ ਹਿਰਦੇ ਦੀ ਸਾਂਝੀ ਧੜਕਣ ਹੈ। ਗਾਲਿਬ ਦਾ ਇਖਲਾਕੀ ਜੀਵਨ ਵੀ ਉਤਨਾ ਹੀ ਉੱਚਾ ਤੇ ਸੁੱਚਾ ਸੀ ਜਿੰਨਾ ਕਿ ਉਹਦੀ ਕਵਿਤਾ ਦਾ ਮਿਆਰ। ਮਿਰਜ਼ਾ ਗਾਲਿਬ ਇੱਕ ਉੱਚੇ ਮੁਗਲ ਘਰਾਣੇ ਵਿੱਚੋਂ ਸਨ। ਇਹਨਾਂ ਦਾ ਦਾਦਾ ਮੱਧ ਏਸ਼ੀਆ ਦੇ ਪ੍ਰਾਚੀਨ ਸ਼ਹਿਰ ਸਮਰਕੰਦ ਦਾ ਵਸਨੀਕ ਸੀ। ਉਹ ਆਪਣੇ ਪਿਤਾ ਤਰਸਮ ਖਾਨ ਨਾਲ ਕਿਸੇ ਗੱਲੋਂ ਨਾਰਾਜ਼ ਹੋ ਕੇ ਹਿੰਦੁਸਤਾਨ ਆ ਗਿਆ। ਇਹਦੀ ਜ਼ਬਾਨ ਤੁਰਕੀ ਸੀ। ਇਹ ਪਹਿਲਾਂ ਲਾਹੌਰ ਮੀਰ ਮੰਨੂ ਪਾਸ ਆ ਨੌਕਰ ਹੋਇਆ, ਪਰ ਮੰਨੂ ਦੀ ਮੌਤ ਪਿੱਛੋਂ ਇਹ ਦਿੱਲੀ ਚਲਾ ਗਿਆ ਤੇ ਸ਼ਾਹੀ ਫੌਜ ਵਿੱਚ ਭਰਤੀ ਹੋ ਗਿਆ। ਗਾਲਿਬ ਦੇ ਪਿਤਾ ਦਾ ਨਾਂ ਅਬਦੁੱਲਾ ਬੇਗ ਸੀ। ਉਹਦਾ ਵਿਆਹ ਆਗਰੇ ਦੇ ਇੱਕ ਫੌਜੀ ਅਫਸਰ ਦੀ ਲੜਕੀ ਇੱਜ਼ਤ ਉਲ ਨਿਸਾ ਨਾਲ ਹੋਇਆ। ਅਲਵਰ ਲਾਗੇ ਹੋਈ ਇੱਕ ਲੜਾਈ ਵਿੱਚ ਉਹ ਜਵਾਨੀ ਵਿੱਚ ਹੀ ਮਾਰਿਆ ਗਿਆ। ਮਿਰਜ਼ਾ ਅਬਦੁੱਲਾ ਬੇਗ ਦੇ 3 ਬੱਚੇ ਸਨ। ਸਭ ਤੋਂ ਵੱਡਾ ਮਿਰਜ਼ਾ ਗਾਲਿਬ ਸੀ। ਉਸ ਤੋਂ ਛੋਟਾ ਮਿਰਜ਼ਾ ਯੂਸਫ ਸੀ। ਤੀਜੀ ਥਾਂ 'ਤੇ ਇੱਕ ਲੜਕੀ ਖਾਨਮ ਸੀ। ਮਿਰਜ਼ਾ ਗਾਲਿਬ ਦਾ ਪੂਰਾ ਨਾਮ ਅਸਦੁੱਲਾ ਬੇਗ ਖਾਂ ਸੀ। ਇਹ ਆਗਰੇ ਵਿੱਚ 27 ਦਸੰਬਰ 1797 ਨੂੰ ਪੈਦਾ ਹੋਏ। ਗਾਲਿਬ ਆਪਣੇ ਪਿਤਾ ਦੀ ਮੌਤ ਸਮੇਂ 5 ਸਾਲ ਦੇ ਸਨ। ਗਾਲਿਬ ਦਾ ਚਾਚਾ, ਜਿਸ ਦਾ ਨਾਂ ਨਸਰੁੱਲਾ ਬੇਗ ਖਾਂ ਸੀ, ਪਹਿਲਾਂ ਮਰਹੱਟਿਆਂ ਵੱਲੋਂ ਆਗਰੇ ਦਾ ਸੂਬੇਦਾਰ ਸੀ। ਲਾਰਡ ਲੇਕਵੁੱਡ ਦੇ ਹੱਥੋਂ ਮਰਹੱਟਿਆਂ ਦੀ ਹਾਰ ਪਿੱਛੋਂ ਉਹਦੇ ਸਾਲੇ ਨਵਾਬ ਅਹਿਮਦ ਬਖਸ਼ ਨੇ ਉਹਨੂੰ ਆਪਣੇ ਰਸੂਖ ਨਾਲ 400 ਸਵਾਰਾਂ ਦੇ ਇੱਕ ਘੋੜਸਵਾਰ ਦਸਤੇ ਦਾ ਅਫਸਰ ਲਵਾ ਦਿੱਤਾ। ਨਸਰੁਲ ਬੇਗ ਨੇ ਗਾਲਿਬ ਨੂੰ ਆਪਣੇ ਪਾਸ ਲੈ ਆਂਦਾ, ਪਰ 1 ਸਾਲ ਪਿੱਛੋਂ ਹੀ ਦੁਰਘਟਨਾਵਸ਼ ਉਹ ਹਾਥੀ ਤੋਂ ਡਿੱਗ ਕੇ ਮਰ ਗਿਆ। ਜੇ ਗਾਲਿਬ ਦੇ ਸਿਰ ਤੋਂ ਛੋਟੀ ਉਮਰ ਵਿੱਚ ਹੀ ਆਪਣੇ ਪਿਤਾ ਅਤੇ ਚਾਚੇ ਦਾ ਹੱਥ ਨਾ ਉੱਠ ਜਾਂਦਾ ਤਾਂ ਹੋ ਸਕਦਾ ਹੈ ਕਿ ਇਹਨਾਂ ਨੂੰ ਆਪਣੇ ਵੱਡ ਵਡੇਰਿਆਂ ਵਾਂਗ ਸਿਪਾਹਗਿਰੀ ਦਾ ਪੇਸ਼ਾ ਹੀ ਅਪਣਾਉਣਾ ਪੈਂਦਾ ਅਤੇ ਉਹਨਾਂ ਨੂੰ ਸ਼ਾਇਰੀ ਦੀ ਸੇਵਾ ਕਰਨ ਦਾ ਮੌਕਾ ਨਾ ਮਿਲਦਾ। ਜੇ ਸਿਪਾਹਗਿਰੀ ਵਿੱਚ ਗਾਲਿਬ ਤਰੱਕੀ ਕਰਦੇ ਤਾਂ ਵੱਧ ਤੋਂ ਵੱਧ ਉਹ ਆਪਣੇ ਚਾਚੇ ਵਾਂਗ ਰਿਸਾਲਦਾਰ ਜਾਂ ਆਪਣੇ ਨਾਨੇ ਵਾਂਗ ਕੁਮੇਦਾਨ ਬਣ ਜਾਂਦੇ। ਪਰ ਸ਼ਾਇਰੀ ਵਿੱਚ ਉਹਨਾਂ ਉਹ ਕਮਾਲ ਹਾਸਲ ਕੀਤਾ ਕਿ ਹੁਣ ਉਹ ਉਰਦੂ ਸਾਹਿਤ ਦੇ ਬਾਦਸ਼ਾਹ ਮੰਨੇ ਜਾਂਦੇ ਹਨ। ਫਿਰੋਜ਼ਪੁਰ ਜ਼ਿਲ੍ਹੇ ਦੀ ਝਿਰਕਾ ਨਾਮੀ ਤਹਿਸੀਲ ਵਿੱਚ ਸਰਕਾਰ ਅੰਗਰੇਜ਼ੀ ਵੱਲੋਂ
ਗਾਲਿਬ ਦੇ ਚਾਚੇ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਉਹਨੂੰ ਇੱਕ ਜਗੀਰ ਮਿਲੀ ਹੋਈ ਸੀ, ਜਿਸ ਵਿੱਚੋਂ ਨਸਰੁੱਲਾ ਖਾਂ ਬੇਗ ਦੇ ਵਾਰਸਾਂ ਨੂੰ 10,000 ਰੁਪਏ ਸਾਲਾਨਾ ਦੇਣ ਦਾ ਫੈਸਲਾ ਹੋਇਆ। ਬਾਅਦ ਵਿੱਚ ਇਹ ਰਕਮ ਘਟਾ ਕੇ 5,000 ਰੁਪਏ ਕਰ ਦਿੱਤੀ ਗਈ, ਪਰ ਰਕਮ ਦੇ ਇਸ ਘਟਣ ਪਿੱਛੋਂ ਗਾਲਿਬ ਬੇਖਬਰ ਸੀ। ਇਸ ਗਲਤਫਹਿਮੀ ਕਰਕੇ ਗਾਲਿਬ ਨੂੰ ਬਾਅਦ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਛੋਟੀ ਉਮਰ ਵਿੱਚ ਗਾਲਿਬ ਸ਼ਤਰੰਜ ਅਤੇ ਚੌਸਰ ਖੇਡਣ ਅਤੇ ਪਤੰਗ ਉਡਾਉਣ ਦੇ ਸ਼ੌਕੀਨ ਸਨ ਤੇ ਯਾਰਾਂ ਦੋਸਤਾਂ ਨਾਲ ਬੇਫਿਕਰੀ ਦੀ ਜ਼ਿੰਦਗੀ ਬਸਰ ਕਰਦੇ ਸਨ। ਪਰ ਇਸ ਦੇ ਬਾਵਜੂਦ ਉਹ ਪੜ੍ਹਾਈ ਲਿਖਾਈ ਵੱਲ ਥੋੜ੍ਹਾ ਬਹੁਤ ਧਿਆਨ ਜ਼ਰੂਰ ਦਿੰਦੇ ਸਨ। ਇਹਨਾਂ ਦੀ ਮਾਤਾ ਲਿਖਣਾ ਪੜ੍ਹਨਾ ਜਾਣਦੀ ਸੀ, ਇਸ ਲਈ ਉਹਨੇ ਗਾਲਿਬ ਦੀ ਪੜ੍ਹਾਈ ਵੱਲ ਖਾਸ ਧਿਆਨ ਦਿੱਤਾ। ਇਹ ਗੱਲ ਇਸ ਤੋਂ ਜ਼ਾਹਿਰ ਹੁੰਦੀ ਹੈ ਕਿ ਇਹਨਾਂ ਨੇ 11 ਸਾਲ ਦੀ ਉਮਰ ਵਿੱਚ ਹੀ ਫਾਰਸੀ ਜ਼ੁਬਾਨ ਵਿੱਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਗਾਲਿਬ ਦੇ ਨਾਨਕੇ ਘਰ ਹਰਮਜ਼ਦ ਨਾਮੀ ਈਰਾਨ ਤੋਂ ਆਇਆ ਇੱਕ ਸੈਲਾਨੀ 2 ਸਾਲ ਤੱਕ ਟਿਕਿਆ ਰਿਹਾ। ਇਸ ਪਾਸੋਂ ਗਾਲਿਬ ਨੇ ਫਾਰਸੀ ਬੋਲੀ ਸਿੱਖੀ ਤੇ ਇਸ ਬੋਲੀ ਨਾਲ ਇਹਨਾਂ ਦਾ ਇਤਨਾ ਪਿਆਰ ਪੈ ਗਿਆ ਕਿ ਇਹਨਾਂ ਨੇ ਕਵਿਤਾ ਵੀ ਇਸੇ ਬੋਲੀ ਵਿੱਚ ਹੀ ਲਿਖਣੀ ਸ਼ੁਰੂ ਕਰ ਦਿੱਤੀ। 13 ਸਾਲ ਦੀ ਉਮਰ ਵਿੱਚ ਹੀ ਗਾਲਿਬ ਦਾ ਵਿਆਹ ਮਿਰਜ਼ਾ ਇਲਾਹੀ ਬਖਸ਼ ਮਾਰੂਫ ਦੀ ਲੜਕੀ ਉਮਰਾਓ ਬੇਗਮ ਨਾਲ, ਜੋ ਇਸ ਤੋਂ 2 ਸਾਲ ਛੋਟੀ ਸੀ, ਹੋ ਗਿਆ। ਇਹਨਾਂ ਦਾ ਸਹੁਰਾ ਨਵਾਬ ਅਹਿਮਦ ਬਖਸ਼ ਦਾ ਭਰਾ ਸੀ, ਜਿਨੇ ਲੋਹਾਰੂ ਜ਼ਿਲ੍ਹਾ ਫਿਰੋਜ਼ਪੁਰ ਦੀ ਬੁਨਿਆਦ ਰੱਖੀ ਸੀ ਤੇ ਸ਼ਾਹੀ ਕਵੀ ਜ਼ੌਕ ਦਾ ਸ਼ਾਗਿਰਦ ਸੀ। ਇਸੇ ਸਬੰਧ ਕਾਰਨ ਗਾਲਿਬ ਵਿਆਹ ਤੋਂ 2-3 ਸਾਲ ਪਿੱਛੋਂ ਆਗਰਾ ਛੱਡ ਕੇ ਦਿੱਲੀ ਵਿੱਚ ਜਾ ਵਸੇ, ਪਰ ਕਿਉਂਕਿ ਉਹਨਾਂ ਦੀ ਮਾਤਾ ਹਾਲੀ ਜਿਉਂਦੀ ਸੀ ਤੇ ਆਪਣੇ ਮਾਪਿਆਂ ਪਾਸ ਹੀ ਰਹਿੰਦੀ ਸੀ, ਇਸ ਲਈ ਉਹ ਆਗਰੇ ਆਉਂਦੇ ਜਾਂਦੇ ਰਹੇ ਤੇ ਕਈ ਵਾਰ ਕਾਫੀ ਸਮਾਂ ਉੱਥੇ ਠਹਿਰਦੇ ਸਨ। ਇਹਨਾਂ ਸਮਿਆਂ ਦੀ ਹੀ ਗੱਲ ਹੈ ਕਿ ਜਦੋਂ ਪਤੰਗ ਅਤੇ ਸ਼ਤਰੰਜਬਾਜ਼ੀ ਦਾ ਆਨੰਦ ਮਾਣਦੇ ਹੁੰਦੇ ਸਨ। ਬਦਕਿਸਮਤੀ ਨਾਲ ਗਾਲਿਬ ਦੀ ਜਵਾਨੀ ਸਮੇਂ ਮੁਗਲਿਆ ਸਾਮਰਾਜ ਦਾ ਪਤਨ ਆ ਚੁੱਕਾ ਸੀ। ਇਸ ਸਮੇਂ ਮੁਗਲ ਘਰਾਣੇ ਨਾਲ ਸੰਬੰਧ ਰੱਖਦੇ ਕਿਸੇ ਵੀ ਮਨੁੱਖ ਲਈ ਆਪਣੀ ਲਿਆਕਤ ਨਾਲ ਉੱਚ ਪਦਵੀ ਪ੍ਰਾਪਤ ਕਰਨ ਦਾ ਬਹੁਤ ਘੱਟ ਮੌਕਾ ਸੀ। ਹੁਣ ਤਾਂ ਬਸ ਸਾਹਿਤਕ ਖੇਤਰ ਹੀ ਸੀ ਜਿਸ ਵਿੱਚ ਕੋਈ ਆਪਣੀ ਲਿਆਕਤ ਦੇ ਬਲਬੂਤੇ ਨਾ ਖੱਟ ਸਕਦਾ ਸੀ। ਸੋ ਗਾਲਿਬ ਨੇ ਸਾਹਿਤ ਦੇ ਖੇਤਰ ਵਿੱਚ ਹੀ ਸਫਲਤਾ ਪ੍ਰਾਪਤ ਕਰਨ ਦਾ ਦ੍ਰਿੜ ਇਰਾਦਾ ਕਰ ਲਿਆ। ਅੰਗਰੇਜ਼ ਕਿਉਂਕਿ ਨਵੇਂ ਹੀ ਦਿੱਲੀ ਵਿੱਚ ਆਏ ਸਨ ਤੇ ਅੰਗਰੇਜ਼ੀ ਹੀ ਤਾਲੀਮ ਹਾਲੀ ਆਮ ਨਹੀਂ ਸੀ ਹੋਈ ਤੇ ਸਾਰਾ ਸਰਕਾਰੀ ਕੰਮਕਾਰ ਫਾਰਸੀ ਵਿੱਚ ਹੀ ਹੁੰਦਾ ਸੀ। ਇਸ ਲਈ ਰਾਜ ਪ੍ਰਬੰਧ ਚਲਾਉਣ ਲਈ ਬਹੁਤ ਸਾਰੇ ਅੰਗਰੇਜ਼ਾਂ ਨੂੰ ਫਾਰਸੀ ਬੋਲੀ ਸਿੱਖਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਹੁੰਦਾ। ਕਈ ਅੰਗਰੇਜ਼ ਅਫਸਰਾਂ ਨੇ ਤਾਂ ਫਾਰਸੀ ਜ਼ੁਬਾਨ ਵਿੱਚ ਖਾਸੀ ਮੁਹਾਰਤ ਹਾਸਲ ਕਰ ਲਈ ਹੁੰਦੀ ਸੀ। ਉਧਰ ਸ਼ਾਹ ਆਲਮ ਤੋਂ ਪਿੱਛੋਂ ਗੱਦੀ ਤੇ ਬੈਠਣ ਵਾਲੇ ਮੁਗਲ ਸਮਰਾਟਾਂ ਦੀ ਤਾਕਤ ਹੌਲੀ-ਹੌਲੀ ਖਤਮ ਹੁੰਦੀ ਗਈ, ਇਸ ਲਈ ਉਹਨਾਂ ਨੇ ਸ਼ੇਅਰ ਅਤੇ ਸ਼ਾਇਰੀ ਦੀਆਂ ਮਜਲਿਸਾਂ ਲਾ ਕੇ ਆਪਣਾ ਦਿਲ ਬਹਿਲਾਉਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਗਾਲਿਬ ਦੇ ਸਮਕਾਲੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੂਜੇ ਦੇ ਸਮੇਂ ਵਿੱਚ ਤਾਂ ਮੁਗਲੀਆ ਦਰਬਾਰ ਨਿਰਾ ਇੱਕ ਸਾਹਿਤਕ ਕੇਂਦਰ ਹੀ ਬਣ ਗਿਆ ਸੀ ਤੇ ਦਿੱਲੀ ਦੇ ਮੰਨੇ ਪ੍ਰਮੰਨੇ ਕਵੀ ਇਸ ਦਰਬਾਰ ਵਿੱਚ ਆਪਣੀਆਂ ਸਾਹਿਤਕ ਰਚਨਾਵਾਂ ਪੇਸ਼ ਕਰਕੇ ਇਨਾਮ ਅਤੇ ਇੱਜ਼ਤ ਹਾਸਲ ਕਰਨ ਦੇ ਮਨਸੂਬੇ ਘੜਦੇ ਰਹਿੰਦੇ ਸਨ। ਗਾਲਿਬ ਵੀ ਇਹਨਾਂ ਕਵੀਆਂ ਵਿੱਚੋਂ ਇੱਕ ਸੀ। ਮਿਰਜ਼ਾ ਗਾਲਿਬ ਨੇ ਆਗਰੇ ਰਹਿਣ ਸਮੇਂ ਹੀ ਸ਼ਾਇਰੀ ਵਿੱਚ ਇਤਨੀ ਮਸ਼ਹੂਰੀ ਖੱਟ ਲਈ ਸੀ ਕਿ ਉਸ ਸਮੇਂ ਮੁਸ਼ਾਰਿਆਂ ਵਿੱਚ ਉਹਨਾਂ ਦੇ ਨਾਂ ਦਾ ਚਰਚਾ ਸ਼ੁਰੂ ਹੋ ਗਿਆ ਸੀ। ਪਰ ਉਦੋਂ ਉਹ ਕਵੀ ਬੇਦਿਲ ਦੇ ਅਸਰ ਹੇਠ ਹੋਣ ਕਰਕੇ ਇਹਨਾਂ ਦੀ ਸ਼ੈਲੀ ਗੁੰਝਲਦਾਰ ਸੀ ਤੇ ਬੋਲੀ ਦੀ ਸਾਦਗੀ ਵੱਲ, ਜਿਸ ਲਈ ਉਹ ਬਾਅਦ ਵਿੱਚ ਪ੍ਰਸਿੱਧ ਹੋਏ, ਉਹਨਾਂ ਦਾ ਹਾਲੀ ਝੁਕਾਅ ਨਹੀਂ ਸੀ। ਜਿਵੇਂ ਪਹਿਲਾਂ ਜ਼ਿਕਰ ਆ ਚੁੱਕਾ ਹੈ, ਗਾਲਿਬ ਨੇ ਪਹਿਲ ਫਾਰਸੀ ਵਿੱਚ ਹੀ ਸ਼ਾਇਰੀ ਸ਼ੁਰੂ ਕੀਤੀ, ਪਰ ਬਹਾਦਰ ਸ਼ਾਹ ਦੇ ਸਮੇਂ ਫਾਰਸੀ ਦੀ ਥਾਂ ਉਰਦੂ ਨੇ ਲੈ ਲਈ। ਇਸ ਲਈ ਗਾਲਿਬ ਨੇ ਸ਼ਾਹੀ ਦਰਬਾਰ ਵਿੱਚ ਥਾਂ ਬਣਾਉਣ ਅਤੇ ਨਾਂ ਪ੍ਰਾਪਤ ਕਰਨ ਲਈ ਉਰਦੂ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਪਰ ਉਹਨਾਂ ਦੀ ਸ਼ੁਰੂ ਵਾਲੀ ਕਵਿਤਾ ਵਿੱਚ ਰੰਗਤ ਫਾਰਸੀ ਦੀ ਹੀ ਰਹੀ, ਕਿਉਂਕਿ ਉਹਨਾਂ ਤੇ ਫਾਰਸੀ ਕਵਿਤਾ ਦਾ ਅਸਰ ਕਾਫੀ ਚਿਰ ਤੱਕ ਰਿਹਾ। ਦਿੱਲੀ ਵਿੱਚ ਰਿਹਾਇਸ਼ ਸਮੇਂ ਚੰਗੇ ਭਾਗਾਂ ਨੂੰ ਗਾਲਿਬ ਨੂੰ ਇਸ ਤਰ੍ਹਾਂ ਦੇ ਨੇਕ ਅਤੇ ਕਾਬਿਲ ਦੋਸਤ ਮਿਲੇ, ਜਿਨ੍ਹਾਂ ਦੀ ਸੰਗਤ ਨੇ ਨਾ ਕੇਵਲ ਗਾਲਿਬ ਦੀ ਫਿਤਰਤ ਅਤੇ ਸੁਭਾਅ ਵਿੱਚ ਇੱਕ ਖੁਸ਼ਗਵਾਰ ਤਬਦੀਲੀ ਲਿਆਂਦੀ, ਬਲਕਿ ਜੋ ਨਿਸ਼ਾਨਾ ਉਹਨਾਂ ਨੇ ਕਵਿਤਾ ਦੇ ਉੱਚੇ ਮਿਆਰ ਦੇ ਸਾਹਮਣੇ ਰੱਖਿਆ ਸੀ, ਉਸ ਨੂੰ ਕਾਫੀ ਹੱਦ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਕਈਆਂ ਦਾ ਵਿਚਾਰ ਹੈ ਕਿ ਗਾਲਿਬ ਦੇ ਆਪਣੀ ਪਤਨੀ ਨਾਲ ਸੰਬੰਧ ਇਤਨੇ ਚੰਗੇ ਨਹੀਂ ਸਨ ਅਤੇ ਉਹਨਾਂ ਦੋਹਾਂ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ, ਕਿਉਂਕਿ ਕਿਤੇ ਇਹਨਾਂ ਦੇ ਲਿਖਤ ਵਿੱਚ ਵਿਆਹ ਦੀ ਰਸਮ ਨੂੰ ਬੇੜੀਆਂ ਆਖਿਆ ਗਿਆ ਹੈ, ਪਰ ਇਹ ਵਿਚਾਰ ਅਸਲੀਅਤ ਤੋਂ ਪਰੇ ਹੈ। ਅਸਲ ਵਿੱਚ ਗੱਲ ਇਹ ਸੀ ਕਿ ਜੋ ਗੱਲ ਗਾਲਿਬ ਦੇ ਦਿਲ ਵਿੱਚ ਆਉਂਦੀ ਸੀ, ਸਾਫ਼ ਮੂੰਹ ਤੇ ਕਹਿ ਦਿੰਦੇ ਸਨ। ਉਹਨਾਂ ਦਾ ਆਪਣੀ ਬੇਗਮ ਨਾਲ ਬੜਾ ਪਿਆਰ ਸੀ ਤੇ ਉਧਰ ਬੇਗਮ ਵੀ ਉਹਨਾਂ ਦੀ ਸੇਵਾ ਵਿੱਚ ਕਿਸੇ ਗੱਲ ਦੀ ਕਸਰ ਨਹੀਂ ਸੀ ਛੱਡਦੀ। ਹਾਂ, ਉਹਨਾਂ ਦੋਹਾਂ ਦੇ ਸੁਭਾਵਾਂ ਵਿੱਚ ਬੜਾ ਫਰਕ ਸੀ। ਗਾਲਿਬ ਸ਼ਰਾਬ ਦੇ ਬੜੇ ਸ਼ੌਕੀਨ ਸਨ, ਪਰ ਬੇਗਮ ਬੜੀ ਪਾਰਸਾ ਸੀ। ਉਹ ਸ਼ਰਾਬ ਦੀ ਪੱਕੀ ਸੀ। ਉਹਨੇ ਆਪਣੇ ਬਰਤਨ ਵੀ ਅਲੱਗਾ ਰੱਖੇ ਹੋਏ ਸਨ। ਗਾਲਿਬ ਹਾਸੇ ਵਿੱਚ ਇੱਕ ਕਵਿਤਾ ਵਿੱਚ ਲਿਖਦੇ ਹਨ, ओक से पिला दे साकी जो हमसे नफरत है, प्याला नहीं देता तो ना सही शराब तो दे। इन्हां गल्लां दे बावजूद भी उन्हां दोहां दा आपसी प्यार बड़ा डूंगा सी, जो जीवन दे अंत तक कायम रहा।
ਉਹ ਆਪਣੇ ਘਰੇਲੂ ਫਰਜ਼ ਪੂਰੀ ਤਰ੍ਹਾਂ ਨਿਭਾਉਂਦੇ ਸਨ। ਇਹ ਠੀਕ ਹੈ ਕਿ ਮਾਇਕ ਔਕੜਾਂ ਕਾਰਨ ਉਹ ਕਈ ਵਾਰ ਬਹੁਤ ਤੰਗ ਆ ਜਾਂਦੇ ਸਨ ਅਤੇ ਘਬਰਾ ਕੇ ਐਸੀਆਂ ਗੱਲਾਂ ਵੀ ਕਹਿ ਜਾਂਦੇ ਸਨ ਜਿਨ੍ਹਾਂ ਦਾ ਉਹਨਾਂ ਦੇ ਸੁਭਾਵਕ ਖਿਆਲਾਂ ਨਾਲ ਕੋਈ ਵਾਸਤਾ ਨਹੀਂ ਸੀ ਹੁੰਦਾ। ਗਾਲਿਬ ਦੇ ਘਰ 7 ਬੱਚੇ ਪੈਦਾ ਹੋਏ, ਪਰ ਕੋਈ ਵੀ 15 ਮਹੀਨੇ ਤੋਂ ਵੱਧ ਜਿਉਂਦਾ ਨਾ ਰਿਹਾ। ਜਦੋਂ ਗਾਲਿਬ ਨੂੰ ਔਲਾਦ ਵੱਲੋਂ ਨਿਰਾਸਤਾ ਹੋ ਗਈ ਤਾਂ ਉਹਨਾਂ ਨੇ ਆਪਣੀ ਬੇਗਮ ਦੇ ਭਤੀਜੇ, ਜਿਸ ਦਾ ਤੁਖੱਲਸ ਆਰਫ ਸੀ, ਮੁਤਬੰਨਾ ਬਣਾ ਲਿਆ। ਆਰਫ ਨਾਲ ਗਾਲਿਬ ਦਾ ਬੜਾ ਪਿਆਰ ਸੀ, ਪਰ ਆਰਫ ਵੀ ਜਵਾਨੀ ਵਿੱਚ ਹੀ ਗੁਜ਼ਰ ਗਿਆ। ਗਾਲਿਬ ਨੂੰ ਇਹਦੀ ਮੌਤ 'ਤੇ ਬੜਾ ਧੱਕਾ ਲੱਗਾ ਅਤੇ ਉਹਨਾਂ ਨੇ ਇਸ ਦਾ ਪ੍ਰਗਟਾਵਾ ਇੱਕ ਬੇਹੱਦ ਦਰਦ ਭਰੀ ਕਵਿਤਾ ਵਿੱਚ ਕੀਤਾ, ਜੋ ਇਹਨਾਂ ਦੀ ਉਰਦੂ ਜ਼ਬਾਨ ਦੀ ਪ੍ਰਸਿੱਧ ਕਵਿਤਾਵਾਂ ਵਿੱਚੋਂ ਹੈ। लाजम था कि देखो मेरा रास्ता कोई दिन और, लाजम था कि देखो मेरा रास्ता कोई दिन और, तन्हा गए क्यों अब रहो तन्हा कोई दिन और। मुझसे तुमको नफरत सही नैयर से लड़ाई, मुझसे तुमको नफरत सही नैयर से लड़ाई, बच्चों का भी ना तमाशा देखा कोई दिन और। नादां हो जो कहते हो कि ज्यों कहते हैं गालिब, नादा हो जो कहते हो क्यों जीते हो गालिब, किस्मत में है मरने की तमन्ना कोई दिन और। आरफ दे 2 ਬੱਚੇ ਸਨ, ਬਾਕਰ ਅਲੀ ਖਾਂ ਤੇ ਹੁਸੈਨ ਅਲੀ ਖਾਂ। ਆਰਫ ਦੀ ਮੌਤ ਪਿੱਛੋਂ ਗਾਲਿਬ ਤੇ ਉਹਨਾਂ ਦੀ ਬੇਗਮ ਨੇ ਦੋਹਾਂ ਨੂੰ ਘਰ ਲਿਆਂਦਾ। ਗਾਲਿਬ ਇਹਨਾਂ ਦੋਹਾਂ ਨਾਲ ਬੜਾ ਲਾਡ ਕਰਦੇ ਸਨ ਤੇ ਇਹਨਾਂ ਨੂੰ ਕਦੀ ਅੱਖਾਂ ਤੋਂ ਓਲੇ ਨਹੀਂ ਸਨ ਹੋਣ ਦਿੰਦੇ। ਭਾਵੇਂ ਉਹ ਆਪ ਮਾਇਕ ਤੌਰ 'ਤੇ ਤੰਗ ਰਹਿੰਦੇ ਸਨ, ਪਰ ਉਹ ਇਹਨਾਂ ਬੱਚਿਆਂ ਦੀ ਹਰ ਮੰਗ ਪੂਰੀ ਕਰਦੇ ਸਨ ਤੇ ਉਹਨਾਂ ਦੀ ਕਿਸੇ ਹਰਕਤ 'ਤੇ ਵੀ ਨਾਰਾਜ਼ ਨਹੀਂ ਸਨ ਹੁੰਦੇ। गालिब अपने एक मित्र ਨੂੰ लिखते हैं, सुनो साहब, बच्चे मुझे खाना नहीं खाने देते, दोपहर को सोने नहीं देते, नंगे नंगे पाँव पलंग पर रखते हैं, कभी पानी लुढ़ाते हैं, कभी खाक उड़ाते हैं, मैं तंग नहीं आता। ਇਹਨਾਂ ਦੋਹਾਂ ਨੂੰ ਵੱਡਿਆਂ ਹੋ ਕੇ ਕਵਿਤਾ ਵਿੱਚ ਸ਼ੌਂਕ ਹੋ ਗਿਆ ਸੀ, ਪਰ ਗਾਲਿਬ ਦੀ ਮੌਤ ਤੋਂ ਜਲਦੀ ਹੀ ਪਿੱਛੋਂ ਇਹ ਵੀ ਚੱਲ ਬਸੇ। ਜਵਾਨੀ ਵਿੱਚ ਗਾਲਿਬ ਦੀ ਇੱਕ ਪ੍ਰੇਮਿਕਾ ਸੀ ਜਿਸ ਦਾ ਨਾਂ ਡੂਮਣੀ ਸੀ। ਆਪਣੇ ਇੱਕ ਮਿੱਤਰ ਨੂੰ ਉਹਦੀ ਪ੍ਰੇਮਿਕਾ ਦੀ ਮੌਤ 'ਤੇ ਅਫਸੋਸ ਪ੍ਰਗਟ ਕਰਦਿਆਂ ਲਿਖਦੇ ਹਨ, 40-42 बरस का ये वाक़या है, वहाँ आके ये कूचा छूट गया, इस फ़न में बेगाना महज हो गया, लेकिन अब भी कभी कभी वो अदाएँ याद आती हैं, इसका मरना ज़िंदगी भर नहीं भूलूँगा। इन्होंने इस डूमनी की मौत ते एक मरसिया, जिसमें दुखांत वाली कविता भी लिखी हुई है। शर्म रसवाई से जा छुपना नकाबे खाक में, शर्म रसवाई से जा छुपना नकाबे खाक में, ख़त्म है उल्फत की तुझ पर पर्दादारी हाय हाय। ਦਿੱਲੀ ਵਿੱਚ ਰਿਹਾਇਸ਼। ਗਾਲਿਬ ਦਾ ਦਿੱਲੀ ਵਿੱਚ ਆਉਣਾ ਜਾਣਾ 7 ਸਾਲ ਦੀ ਉਮਰ ਤੋਂ ਹੀ ਸ਼ੁਰੂ ਹੋ ਗਿਆ ਸੀ, ਪਰ 19-20 ਸਾਲ ਦੀ ਉਮਰ ਵਿੱਚ ਇਹ ਸਥਾਈ ਤੌਰ 'ਤੇ ਇੱਥੇ ਆ ਕੇ ਰਹਿਣ ਲੱਗ ਪਏ। ਇਹਨਾਂ ਦਾ ਆਪਣਾ ਕੋਈ ਮਕਾਨ ਨਹੀਂ ਸੀ, ਉਹ ਸਦਾ ਕਿਰਾਏ 'ਤੇ ਹੀ ਰਹਿੰਦੇ। ਮੀਆਂ ਕਾਲੇ ਖਾਂ ਦੇ ਮਕਾਨ 'ਤੇ ਵੀ ਕਾਫੀ ਚਿਰ ਬਿਨਾਂ ਕਿਰਾਇਆ ਦਿੱਤਿਆਂ ਰਹਿੰਦੇ ਰਹੇ। ਜਦ ਕਿਸੇ ਇੱਕ ਮਕਾਨ ਤੋਂ ਇਹਨਾਂ ਦਾ ਮਨ ਚੜ੍ਹ ਜਾਂਦਾ ਤਾਂ ਉਹਨੂੰ ਛੱਡ ਕੇ ਕਿਸੇ ਹੋਰ ਮਕਾਨ ਵਿੱਚ ਚਲੇ ਜਾਂਦੇ, ਪਰ ਰਹੇ ਸਦਾ ਕਾਸਮ ਖਾਂ ਦੀ ਗਲੀ ਦੇ ਲਾਗੇ ਤਾਗੇ ਹੀ। ਇਹਨਾਂ ਦਾ ਆਖਰੀ ਮਕਾਨ ਜਿਸ ਵਿੱਚ ਇਹ ਗੁਜ਼ਰੇ ਉਹ ਹਕੀਮ ਮਹਿਮੂਦ ਖਾਂ ਦੇ ਘਰ ਦੇ ਲਾਗੇ ਇੱਕ ਮਸਜਿਦ ਦੇ ਨਾਲ ਸੀ। ਇਸ ਦੇ ਸੰਬੰਧ ਵਿੱਚ ਲਿਖਦੇ ਹਨ, ਮਸਜਿਦ ਕੇ ਜ਼ੇਰੇ ਸਾਇਆ ਇੱਕ ਘਰ ਬਣਾ ਲਿਆ ਹੈ, मस्जिद के जेरे साया एक घर बना लिया है, ये बंदा ए कमीना हमसाया ए खुदा है। ਕਾਲੇ ਖਾਂ ਬੜੇ ਰੱਬ ਦੇ ਪਿਆਰੇ ਸਨ। ਗਾਲਿਬ ਨਾਲ ਇਹਨਾਂ ਦਾ ਬੜਾ ਪਿਆਰ ਸੀ। ਇਹਨਾਂ ਨੇ ਆਪਣੀ ਇੱਕ ਹਵੇਲੀ ਗਾਲਿਬ ਨੂੰ ਬਿਨਾਂ ਕਿਰਾਇਆ ਰਹਿਣ ਲਈ ਦਿੱਤੀ ਹੋਈ ਸੀ। ਸ਼ਾਹੀ ਦਰਬਾਰ ਵਿੱਚ ਵੀ ਬਾਅਦ ਵਿੱਚ ਇਹਨਾਂ ਦੀ ਬਦੌਲਤ ਹੀ ਗਾਲਿਬ ਨੂੰ ਨੌਕਰੀ ਮਿਲੀ ਸੀ। ਇਹ ਹਵੇਲੀ ਹਾਲੇ ਵੀ ਗਲੀ ਕਾਸਮ ਜਾ ਵਿੱਚ ਕਾਇਮ ਹੈ। ਇੱਕ ਵਾਰ ਦਿੱਲੀ ਦੇ ਕੋਤਵਾਲ ਨੇ ਇਹਨਾਂ ਨੂੰ ਖਾਰਬਾਜ਼ੀ ਵਿੱਚ ਆ ਕੇ ਜੂਆ ਖੇਡਣ ਦਾ ਦੋਸ਼ ਲਾ ਕੇ ਕੈਦ ਕਰਵਾ ਦਿੱਤਾ। ਜਦ ਕੈਦ ਵਿੱਚੋਂ ਰਿਹਾ ਹੋ ਕੇ ਆਏ ਤਾਂ ਕਿਸੇ ਦੋਸਤ ਨੇ ਇਹਨਾਂ ਨੂੰ ਮੁਬਾਰਕਬਾਦ ਦਿੱਤੀ। ਉਸ ਦੇ ਉੱਤਰ ਵਿੱਚ ਗਾਲਿਬ ਨੇ ਕਿਹਾ, कौन कहता है कि मैं कैद से रिहा हुआ हूँ, कौन कहता है कि मैं कैद से रिहा हुआ हूँ, पहले गोरे की कैद में था, अब काले की कैद काले खां ਦੇ ਘਰ ਵਿੱਚ ਮੈਂ ਹੂੰ। 1852 ਦੇ ਸ਼ੁਰੂ ਵਿੱਚ ਉਹ ਕਾਲੇ ਖਾਂ ਦੇ ਮਕਾਨ ਨੂੰ ਛੱਡ ਕੇ ਹਕੀਮ ਮੁਹੰਮਦ ਹਸਨ ਖਾਨ ਦੀ ਹਵੇਲੀ ਵਿੱਚ ਜਾ ਰਹੇ, ਪਰ ਇੱਥੇ ਉਹ ਬੜੇ ਤੰਗ ਰਹੇ। ਲਿਖਦੇ ਹਨ, बरसात का हाल न पूछो खुदा का कहर है, बरसात का हाल न पूछो खुदा का कहर है, कासम जां की गली सादत खां की नहर है, मैं जिस मकान में रहता हूँ आलम बे के कटड़ा की तरफ का दरवाज़ा गिर गया, मस्जिद की तरफ से दालान को जाते हुए जो दरवाज़ा था गिर गया है, सीढ़ियाँ गिरा चाहती हैं, सुबह के बैठने का हजरा झुक रहा है, छतें छिलनी हो गई हैं, मींह घड़ी भर बरसने से तो छत घंटा भर बरसे, किताबें कलमदान सब तोशा खाना में है,
फर्श पर कहीं लगन रखा हुआ है, कहीं चिलमची धरी हुई है, खत कहाँ बैठ कर लिखूं। ਇਹ ਮਕਾਨ 4 ਰੁਪਏ ਕਿਰਾਏ ਤੇ ਸੀ। ਜਦ ਪੈਨਸ਼ਨ ਮਿਲਦੀ ਸੀ ਤਾਂ ਕਿਰਾਇਆ ਹਰ ਮਹੀਨੇ ਦੇ ਦਿੰਦੇ ਸਨ। ਗਦਰ ਦੇ ਜ਼ਮਾਨੇ ਵਿੱਚ ਪੈਨਸ਼ਨ ਬੰਦ ਹੋ ਗਈ ਤਾਂ 3 ਸਾਲ ਦਾ ਕਿਰਾਇਆ ਸਿਰ ਚੜ ਗਿਆ ਤੇ ਇਹ ਮਕਾਨ ਜ਼ਬਰਦਸਤੀ ਖਾਲੀ ਕਰਵਾ ਲਿਆ ਗਿਆ। ਫਿਰ ਜਦ 1860 ਵਿੱਚ ਇਕੱਠੀ ਪੈਨਸ਼ਨ ਮਿਲੀ ਤਾਂ ਗਾਲਿਬ ਨੇ ਸਾਰਾ ਕਿਰਾਇਆ ਇੱਕੋ ਵਾਰੀ ਤਾਰ ਦਿੱਤਾ ਤੇ ਕਿਸੇ ਹੋਰ ਮਕਾਨ ਵਿੱਚ ਜਾ ਰਹੇ। ਇੱਕ ਦੋਸਤ ਨੇ ਇਸ ਮਕਾਨ ਦੀ ਥਾਂ ਕਿਸੇ ਹੋਰ ਮਕਾਨ ਦੀ ਦੱਸ ਪਾਈ। ਹਾਸੇ ਵਿੱਚ ਗਾਲਿਬ ਲਿਖਦੇ ਹਨ, हजरत गौर की जगह है, हजरत गौर की जगह है, एक मकान दिलकश, कूचे की सैर, बाजार का तमाशा, 2 कमरे, 2 कोठड़ियाँ, आतिशदान, सेहन वसी, इसको छोड़कर मकान लूँ जो एक तंग गली के अंदर है। दरवाज़ा तारीख के दिन को बगैर चराग के राह न मिले और फिर ड्योढ़ी पर हलाल खोरों का मजमा, गोहे के ढेर, कहीं हलाल खोर का बच्चा हग रहा है, कहीं बैल बंधा हुआ है, कहीं कूड़ा पड़ा हुआ है, खुदा ना ले जाए ऐसे मकान में। ਪੈਨਸ਼ਨ ਦਾ ਝਗੜਾ। ਫਿਰੋਜ਼ਪੁਰ ਵਿੱਚ ਝਿਰਕਾ ਤੇ ਲੁਹਾਰੂ ਦੀ ਜਗੀਰ ਦੇ ਮਾਲਕ ਨਵਾਬ ਅਹਿਮਦ ਬਖਸ਼ ਦੇ 3 ਲੜਕੇ ਸਨ। ਨਵਾਬ ਨੇ ਇਹਨਾਂ ਤਿੰਨਾਂ ਵਿੱਚੋਂ ਸ਼ਮਸੁਲਦੀਨ ਨੂੰ ਹੀ ਆਪਣਾ ਵਾਰਿਸ ਮੁਕਰਰ ਕੀਤਾ। ਆਪਣੇ ਪਿਤਾ ਦੀ ਮੌਤ ਪਿੱਛੋਂ ਸ਼ਮਸੁਲਦੀਨ ਨੇ ਕੁਝ ਸ਼ਰਤਾਂ ਤੇ ਲੁਹਾਰੂ ਦੀ ਜਗੀਰ ਦੂਜੇ 2 ਭਰਾਵਾਂ ਦੇ ਹਵਾਲੇ ਕਰ ਦਿੱਤੀ। ਜਿਵੇਂ ਪਹਿਲਾਂ ਜ਼ਿਕਰ ਆ ਚੁੱਕਾ ਹੈ, ਨਵਾਬ ਅਹਿਮਦ ਬਖਸ਼ ਦੀ ਜਾਗੀਰ ਵਿੱਚ ਕੁਝ ਹਿੱਸਾ ਮਿਰਜ਼ਾ ਗਾਲਿਬ, ਉਹਨਾਂ ਦੇ ਭਰਾ ਮਿਰਜ਼ਾ ਯੂਸਫ ਤੇ ਉਹਨਾਂ ਦੀ ਮਾਤਾ ਤੇ ਭੈਣ ਦਾ ਵੀ ਸੀ। ਗਾਲਿਬ ਦਾ ਕਹਿਣਾ ਸੀ ਕਿ ਇਸ ਜਾਗੀਰ ਵਿੱਚੋਂ ਇਹਨਾਂ ਸਭਨਾਂ ਨੂੰ 10,000 ਰੁਪਏ ਸਾਲਾਨਾ ਪੈਨਸ਼ਨ ਮਿਲਣੀ ਨੀਅਤ ਕੀਤੀ ਗਈ ਸੀ ਅਤੇ ਨਵਾਬ ਅਹਿਮਦ ਬਖਸ਼ ਕੇਵਲ 3,000 ਰੁਪਏ ਸਾਲਾਨਾ ਹੀ ਦਿੰਦਾ ਰਿਹਾ ਸੀ, ਜਿਸ ਵਿੱਚੋਂ ਗਾਲਿਬ ਨੂੰ ਕੇਵਲ 750 ਰੁਪਏ ਮਿਲਦੇ ਸਨ। ਪਰ ਗਾਲਿਬ ਸ਼ਾਇਦ ਇਸ ਬਾਰੇ ਬੇਖਬਰ ਸੀ ਕਿ ਨਵਾਬ ਨੇ ਦਿੱਲੀ ਦੇ ਜੇਤੂ ਲਾਰਡ ਲੇਕ ਕੋਲ ਦਰਖਾਸਤ ਦੇ ਕੇ ਗਾਲਿਬ ਦੇ ਟੱਬਰ ਨੂੰ ਮਿਲਣ ਵਾਲੀ 10,000 ਰੁਪਏ ਦੀ ਪੈਨਸ਼ਨ ਕਟਵਾ ਕੇ 5,000 ਕਰਵਾ ਲਈ ਹੋਈ ਸੀ। ਗਾਲਿਬ ਦੀ ਉਮਰ ਇਸ ਵਕਤ 29 ਸਾਲ ਦੀ ਸੀ। ਉਹ ਸਾਰੀ ਉਮਰ ਐਸ਼ ਇਸ਼ਰਤ ਦੇ ਆਦੀ ਰਹੇ ਸਨ ਤੇ ਹੁਣ ਉਹਨਾਂ ਦਾ ਕੇਵਲ 750 ਰੁਪਏ ਸਾਲਾਨਾ ਨਾਲ ਗੁਜ਼ਾਰਾ ਨਹੀਂ ਸੀ ਹੁੰਦਾ। ਨਾਲੇ ਜਿਹੜੇ ਲੋਕ ਗਾਲਿਬ ਨੂੰ ਉਧਾਰ ਦਿੰਦੇ ਸਨ ਉਹ ਇਤਨੀ ਘੱਟ ਪੈਨਸ਼ਨ ਦੇ ਕੇ ਆਪਣਾ ਕਰਜ਼ਾ ਵਾਪਸ ਮੰਗ ਰਹੇ ਸਨ। ਇੱਕ ਹੋਰ ਗੱਲ ਇਹ ਹੋ ਗਈ ਕਿ ਗਾਲਿਬ ਦਾ ਛੋਟਾ ਭਰਾ ਯੂਸਫ ਪਾਗਲ ਹੋ ਗਿਆ ਸੀ ਤੇ ਉਹਦੇ ਟੱਬਰ ਪਾਲਣ ਦਾ ਖਰਚ ਵੀ ਗਾਲਿਬ ਦੇ ਸਿਰ ਆ ਪਿਆ। ਇਸ ਮੁਸੀਬਤ ਵਿੱਚ ਦੋਸਤਾਂ ਨੇ ਗਾਲਿਬ ਨੂੰ ਸਲਾਹ ਦਿੱਤੀ ਕਿ ਜੇ ਉਹ ਨਵਾਬ ਪਾਸ ਜਾ ਕੇ ਆਪਣਾ ਦੁਖੜਾ ਫੋਲੇ ਤਾਂ ਹੋ ਸਕਦਾ ਹੈ ਕਿ ਉਹ ਕੁਝ ਮਦਦ ਕਰ ਦੇਵੇ। ਮਿਰਜ਼ਾ ਨੂੰ ਇਹ ਸਲਾਹ ਪਸੰਦ ਆਈ ਤੇ ਉਹ ਸਿੱਧੇ ਫਿਰੋਜ਼ਪੁਰ ਪਹੁੰਚੇ। ਪਰ ਉਹਨਾਂ ਦਿਨਾਂ ਵਿੱਚ ਨਵਾਬ ਆਪਣੇ ਮਾਮਲਿਆਂ ਵਿੱਚ ਉਲਝਿਆ ਹੋਣ ਕਰਕੇ ਰਿਆਸਤ ਅਲਵਰ ਵੱਲ ਗਿਆ ਹੋਇਆ ਸੀ। ਇਸ ਲਈ ਗਾਲਿਬ ਨੂੰ ਉਹਦੀ ਵਾਪਸੀ ਦੀ ਉਡੀਕ ਵਿੱਚ ਕਾਫੀ ਚਿਰ ਫਿਰੋਜ਼ਪੁਰ ਠਹਿਰਨਾ ਪਿਆ। ਆਖਿਰ ਜਦ ਰੱਬ ਕਰਕੇ ਨਵਾਬ ਫਿਰੋਜ਼ਪੁਰ ਵਾਪਸ ਆਇਆ ਤਾਂ ਗਾਲਿਬ ਨੇ ਉਹਨੂੰ ਆਪਣੀ ਮੁਸੀਬਤ ਦੀ ਕਹਾਣੀ ਸੁਣਾਈ। ਪਰ ਨਵਾਬ ਨੇ ਮਦਦ ਬਾਰੇ ਆਪਣੀ ਬੇਬਸੀ ਵਿਖਾਈ ਤੇ ਗਾਲਿਬ ਨੂੰ ਨਿਰਾਸ਼ ਹੋ ਕੇ ਵਾਪਸ ਦਿੱਲੀ ਆਉਣਾ ਪਿਆ। ਦਿੱਲੀ ਪਹੁੰਚ ਕੇ ਉਹਨਾਂ ਨੇ ਨਵਾਬ ਦੇ ਵਿਰੁੱਧ ਕਲਕੱਤੇ ਜਾ ਕੇ, ਜਿੱਥੇ ਅੰਗਰੇਜ਼ੀ ਸਰਕਾਰ ਦੇ ਕੇਂਦਰੀ ਦਫ਼ਤਰ ਸਨ, ਅਪੀਲ ਕਰਨ ਦਾ ਇਰਾਦਾ ਬਣਾ ਲਿਆ। 27 ਜੂਨ 1827 ਨੂੰ ਜਦ ਗਾਲਿਬ ਕਲਕੱਤੇ ਦੇ ਸਫ਼ਰ 'ਤੇ ਤੁਰੇ ਤਾਂ ਉਸ ਵਕਤ ਉਹਨਾਂ ਦੀ ਉਮਰ 31 ਸਾਲ ਦੀ ਸੀ। ਰਸਤੇ ਵਿੱਚ ਉਹ ਪਹਿਲਾਂ ਲਖਨਊ ਠਹਿਰੇ। ਉੱਥੇ ਉਹਨਾਂ ਨੇ ਉੱਥੋਂ ਦੇ ਨਵਾਬ ਗਾਜ਼ੀ ਉਲਦੀਨ ਹੈਦਰ ਨੂੰ ਉਸ ਦੀ ਤਾਰੀਫ ਵਿੱਚ ਇੱਕ ਕਸੀਦਾ ਲਿਖਿਆ। ਗਾਲਿਬ ਦਾ ਖਿਆਲ ਸੀ ਕਿ ਇਸ ਦੇ ਸਿਲੇ ਵਿੱਚ ਉਹਨੂੰ ਇਤਨਾ ਹੀ ਨਾਮ ਮਿਲੇਗਾ ਕਿ ਉਹਨਾਂ ਦਾ ਕਲਕੱਤੇ ਦੇ ਸਫ਼ਰ ਦਾ ਖਰਚ ਪੂਰਾ ਹੋ ਜਾਏਗਾ। ਪਰ ਉਸ ਕਸੀਦੇ ਦੀ ਕਿਸੇ ਨੇ ਕਦਰ ਨਾ ਕੀਤੀ। ਹਾਂ, ਲਖਨਊ ਆਉਣ ਦਾ ਇਹ ਲਾਭ ਜ਼ਰੂਰ ਹੋਇਆ ਕਿ ਉੱਥੋਂ ਦੇ ਸਾਹਿਤਕਾਰਾਂ ਨਾਲ ਗਾਲਿਬ ਦਾ ਮੇਲ ਜੋਲ ਹੋ ਗਿਆ। ਲਖਨਊ ਤੋਂ ਬਨਾਰਸ ਪਹੁੰਚੇ। ਉੱਥੇ ਉਹ ਕੁਝ ਬਿਮਾਰ ਪੈ ਗਏ, ਪਰ ਬਨਾਰਸ ਉਹਨਾਂ ਨੂੰ ਬਹੁਤ ਪਸੰਦ ਆਇਆ ਤੇ ਉਹ ਠੀਕ ਹੋ ਗਏ। ਉਹ ਬਨਾਰਸ ਬਾਰੇ ਇੱਕ ਮਿੱਤਰ ਨੂੰ ਲਿਖਦੇ ਹਨ ਕਿ ਜੇ ਉਹਨਾਂ ਜਵਾਨੀ ਵਿੱਚ ਕਿਤੇ ਇਸ ਸ਼ਹਿਰ ਨੂੰ ਵੇਖ ਲਿਆ ਹੁੰਦਾ ਤਾਂ ਉਹ ਉੱਥੇ ਹੀ ਰਹਿਣ ਲੱਗ ਪੈਂਦੇ। ਉਹਨਾਂ ਦਾ ਖਿਆਲ ਸੀ ਕਿ ਬਨਾਰਸੋਂ ਕਲਕੱਤੇ ਤੱਕ ਕਿਸ਼ਤੀ ਦੁਆਰਾ ਜਾਣ, ਪਰ ਦਰਿਆਈ ਸਫ਼ਰ ਦਾ ਖਰਚ ਬਹੁਤ ਜ਼ਿਆਦਾ ਸੀ। ਇਸ ਲਈ ਉਹਨਾਂ ਨੇ ਇਹ ਸਫ਼ਰ ਘੋੜੇ 'ਤੇ ਹੀ ਕੀਤਾ। ਉਹ 20 ਫਰਵਰੀ ਨੂੰ ਕਲਕੱਤੇ ਪਹੁੰਚੇ ਤੇ ਸ਼ਿਮਲਾ ਬਾਜ਼ਾਰ ਵਿੱਚ 10 ਰੁਪਏ ਕਿਰਾਏ 'ਤੇ ਇੱਕ ਖੁੱਲ੍ਹਾ ਮਕਾਨ ਲੈ ਕੇ ਰਹਿਣ ਲੱਗ ਪਏ। ਕਲਕੱਤੇ ਸ਼ੁਰੂ ਵਿੱਚ ਜਦ ਗਾਲਿਬ ਅੰਗਰੇਜ਼ੀ ਅਫਸਰਾਂ ਨੂੰ ਮਿਲੇ ਤਾਂ ਇਹਨਾਂ ਨੂੰ ਆਪਣੀ ਸਫਲਤਾ ਕਾਫੀ ਆਸ ਬੱਝ ਗਈ। ਪਰ ਬਾਅਦ ਵਿੱਚ ਗਵਰਨਰ ਜਨਰਲ ਨੇ ਹੁਕਮ ਦਿੱਤਾ ਕਿ ਉਹ ਆਪਣੀ ਪੈਨਸ਼ਨ ਸੰਬੰਧੀ ਅਰਜ਼ੀ ਦਿੱਲੀ ਦੇ ਏਜੰਟ ਨੂੰ ਭੇਜਣ। ਇਸ ਤਰ੍ਹਾਂ ਮੁਆਮਲਾ ਬੜਾ ਲੰਮਾ ਪੈਂਦਾ ਗਿਆ, ਪਰ ਉੱਥੇ ਉਹਨਾਂ ਨੂੰ ਸ਼ਾਇਰੀ ਦੀਆਂ ਮਜਲਿਸਾਂ ਵਿੱਚ ਹਿੱਸਾ ਲੈਣ ਦੇ ਕਈ ਮੌਕੇ ਮਿਲਦੇ ਰਹੇ ਤੇ ਉੱਥੋਂ ਦੇ ਵਿਦਵਾਨਾਂ ਨਾਲ ਕੁਝ ਗਰਮਾ ਗਰਮੀ ਵੀ ਹੁੰਦੀ ਰਹੀ। ਗਾਲਿਬ ਨੇ ਉਹਨਾਂ ਅੰਗਰੇਜ਼ ਅਫਸਰਾਂ ਦੀ ਤਾਰੀਫ ਵਿੱਚ ਕਵਿਤਾਵਾਂ ਵੀ ਲਿਖੀਆਂ ਜਿਨ੍ਹਾਂ ਨੂੰ ਇਹ ਸਮਝਦੇ ਸਨ ਕਿ ਇਹਦੀ ਹਿਮਾਇਤ ਕਰਨਗੇ, ਪਰ ਫਿਰ ਵੀ ਕੋਈ ਕੰਮ ਨਾ ਬਣਿਆ। ਇਸ ਤਰ੍ਹਾਂ ਇੱਥੇ 2 ਸਾਲ ਬੀਤ ਗਏ। ਕੋਈ ਗੱਲ ਸਿਰੇ ਨਾ ਚੜ੍ਹਦੀ ਵੇਖ ਕੇ ਅੰਤ ਨੂੰ ਗਾਲਿਬ ਦਿੱਲੀ ਵਾਪਸ ਆ ਗਏ ਤੇ ਮੁਕੱਦਮੇ ਦੀ ਪੈਰਵੀ ਕਰਦੇ ਰਹੇ। ਅੰਤ ਨੂੰ ਮੁਕੱਦਮਾ ਖਾਰਜ ਹੋ ਗਿਆ। ਗਵਰਨਰ ਜਨਰਲ ਪਾਸ ਅਪੀਲ ਕੀਤੀ, ਪਰ ਉਹ ਅਪੀਲ ਵੀ ਨਾਮਨਜ਼ੂਰ ਹੋਈ।
ਆਪਣੀ ਜਾਇਦਾਦ ਦੇ ਕਜ਼ੀਏ ਵਿੱਚ ਗਾਲਿਬ ਤਕਰੀਬਨ 1827 ਤੋਂ 1844 ਤੱਕ ਫਸੇ ਰਹੇ। ਇਸ ਭੱਜ ਦੌੜ ਵਿੱਚ ਉਹਨਾਂ ਦਾ ਕਾਫੀ ਪੈਸਾ ਖਰਚ ਹੋ ਗਿਆ ਤੇ ਉਹਨਾਂ ਦੀ ਮਾਇਕ ਮੁਸ਼ਕਲਾਂ ਹੋਰ ਵੀ ਵੱਧ ਗਈਆਂ। ਉਹਨਾਂ ਦਾ ਕਾਫੀ ਸਮੇਂ ਤੱਕ ਇਹ ਯਕੀਨ ਬੱਝਾ ਰਿਹਾ ਕਿ ਮੁਕੱਦਮੇ ਵਿੱਚ ਫੈਸਲਾ ਉਹਨਾਂ ਦੇ ਹੱਕ ਵਿੱਚ ਹੀ ਹੋਏਗਾ ਤੇ ਉਹਨਾਂ ਨੂੰ 2 ਲੱਖ ਰੁਪਇਆ ਇਕੱਠਾ ਮਿਲ ਜਾਏਗਾ। ਪਰ ਇਸ ਆਸ ਦੇ ਉਲਟ ਉਹ ਖੁੱਲ੍ਹਾ ਕਰਜ਼ਾ ਲੈਂਦੇ ਰਹੇ। ਮੁਕੱਦਮਾ ਵਿਗੜ ਜਾਣ ਕਰਕੇ ਗਾਲਿਬ ਦੀ ਜੋ ਹਾਲਤ ਹੋਈ ਉਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਇੱਕ ਤਾਂ ਇਤਨੀ ਖੇਚਲ, ਫਜ਼ੂਲ ਜਾਨ ਦਾ ਅਫਸੋਸ ਤੇ ਦੂਜੇ ਲੋਕਾਂ ਦੇ ਤਾਨੇ ਮਿਹਣੇ ਤੇ ਤੀਜੇ ਕਰਜ਼ੇ ਦਾ ਬੋਝ। ਹੁਣ ਕਿਉਂਕਿ ਸ਼ਾਹੂਕਾਰਾਂ ਨੂੰ ਕੋਈ ਜਾਇਦਾਦ ਨਜ਼ਰ ਨਹੀਂ ਸੀ ਆਉਂਦੀ, ਉਹ ਕਰਜ਼ਾ ਵਸੂਲ ਕਰਨ ਲਈ ਬੇਤਾਬ ਹੋ ਗਏ। ਉਹਨਾਂ ਨੇ ਮਿਰਜ਼ਾ ਤੇ ਦਾਅਵਾ ਕਰਕੇ 5000 ਰੁਪਏ ਦੀ ਡਿਗਰੀ ਲੈ ਲਈ। ਡਿਗਰੀ ਦੀ ਰਕਮ ਨਾ ਤਾਰਨ ਦਾ ਨਤੀਜਾ ਕੈਦ ਸੀ। ਪਰ ਉਹਨਾਂ ਸਮਿਆਂ ਵਿੱਚ ਕਾਨੂੰਨ ਪਤਵੰਤਿਆਂ ਤੇ ਇਹ ਰਿਆਇਤ ਕਰਦਾ ਸੀ ਕਿ ਉਹ ਜਦ ਤੱਕ ਗ੍ਰਿਫਤਾਰ ਕੀਤੇ ਜਾ ਸਕਦੇ ਹਨ ਜਦ ਤੱਕ ਉਹ ਘਰ ਦੀ ਚਾਰਦੀਵਾਰੀ ਤੋਂ ਬਾਹਰ ਹੋਣ। ਇਸ ਲਈ ਗਾਲਿਬ ਸਾਰਾ ਦਿਨ ਘਰ ਵਿੱਚ ਹੀ ਬੈਠੇ ਰਹਿੰਦੇ ਸਨ ਅਤੇ ਸੂਰਜ ਡਿੱਬਣ ਪਿੱਛੋਂ ਹਨੇਰੇ ਵਿੱਚ ਪਾਲਕੀ ਤੇ ਸਵਾਰ ਹੋ ਕੇ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਲਈ ਨਿਕਲਦੇ ਸਨ। ਇਹਨਾਂ ਦਿਨਾਂ ਵਿੱਚ ਹੀ ਦਿੱਲੀ ਦੇ ਅੰਗਰੇਜ਼ ਏਜੰਟ ਵਿਲੀਅਮ ਫਰੇਜ਼ਰ ਨੂੰ ਕਿਸੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਈ ਦਿਨ ਪੁੱਛਗਿੱਛ ਹੁੰਦੀ ਰਹੀ। ਅੰਤ ਨੂੰ ਲੋਹਾਰੂ ਜਗੀਰ ਦੇ ਨਵਾਬ ਸ਼ਮਸੁੱਦੀਨ ਨੂੰ ਸ਼ੱਕ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ। ਨਵਾਬ ਨੇ ਆਪਣੀ ਸਫਾਈ ਪੇਸ਼ ਕੀਤੀ ਅਤੇ ਕਿਹਾ ਕਿ ਉਹਨਾਂ ਦਾ ਇਸ ਕਤਲ ਵਿੱਚ ਕੋਈ ਹੱਥ ਨਹੀਂ ਤੇ ਉਹਨਾਂ ਦੇ ਵਿਰੁੱਧ ਝੂਠੇ ਗਵਾਹ ਬਣਾਏ ਗਏ ਹਨ। ਕਿਉਂਕਿ ਰੈਜ਼ੀਡੈਂਟ ਵਿਲੀਅਮ ਫਰੇਜ਼ਰ ਗਾਲਿਬ ਦਾ ਦੋਸਤ ਸੀ ਤੇ ਉਹ ਮੈਜਿਸਟ੍ਰੇਟ ਵੀ ਜਿਸ ਦੀ ਅਦਾਲਤ ਵਿੱਚ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਗਾਲਿਬ ਦੇ ਮਿਲਣ ਗਿਲਣ ਵਾਲਿਆਂ ਵਿੱਚੋਂ ਸੀ। ਇਸ ਲਈ ਲੋਕਾਂ ਨੂੰ ਸ਼ੱਕ ਹੋ ਗਿਆ ਕਿ ਗਾਲਿਬ ਨੇ ਵੀ ਮਿਰਜ਼ਾ ਸ਼ਮਸੁੱਦੀਨ ਦੇ ਵਿਰੁੱਧ ਲੋਹਾਰੂ ਦੀ ਜਾਇਦਾਦ ਦੇ ਝਗੜੇ ਕਰਕੇ ਝੂਠੀ ਗਵਾਹੀ ਦਿੱਤੀ ਹੈ। ਪਰ ਇਹ ਗੱਲ ਠੀਕ ਨਹੀਂ। ਅੰਤ ਨੂੰ ਅਸਲੀ ਕਾਤਲ ਦੇ ਨਾਲ ਨਵਾਬ ਨੂੰ ਵੀ ਫਾਂਸੀ ਦੇ ਦਿੱਤੀ ਗਈ ਤੇ ਉਹਦੀ ਜਾਇਦਾਦ ਸਰਕਾਰ ਅੰਗਰੇਜ਼ੀ ਨੇ ਜ਼ਬਤ ਕਰ ਲਈ। ਗਾਲਿਬ ਨੂੰ ਜੋ ਪੈਨਸ਼ਨ ਰਿਆਸਤ ਤੋਂ ਮਿਲਣੀ ਸੀ ਹੁਣ ਅੰਗਰੇਜ਼ੀ ਖਜ਼ਾਨੇ ਵਿੱਚੋਂ ਮਿਲਣੀ ਸ਼ੁਰੂ ਹੋ ਗਈ। ਇਸ ਮੌਕੇ ਗਾਲਿਬ ਨੇ ਇੱਕ ਅਰਜ਼ੀ ਸਰਕਾਰ ਨੂੰ ਭੇਜੀ ਜਿਸ ਵਿੱਚ ਉਹਨਾਂ ਨਵਾਬ ਦੀ ਜਾਇਦਾਦ ਤੇ ਆਪਣਾ ਪੂਰਾ ਹੱਕ ਜਮਾਇਆ। ਪਰ ਗਵਰਨਰ ਜਨਰਲ ਨੇ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ। ਇਸ ਪਿੱਛੋਂ ਗਾਲਿਬ ਨੇ ਮਲਕਾ ਵਿਕਟੋਰੀਆ ਪਾਸ ਵੀ ਅਪੀਲ ਕੀਤੀ ਪਰ ਉਹ ਵੀ ਬੇਫਾਇਦਾ ਸਾਬਤ ਹੋਈ। ਗਾਲਿਬ ਨੂੰ ਕੇਵਲ 62 ਰੁਪਏ ਮਹੀਨੇ ਤੋਂ ਵੱਧ ਪੈਨਸ਼ਨ ਨਾ ਮਿਲ ਸਕੀ। 1840 ਵਿੱਚ ਗਾਲਿਬ ਨੂੰ ਦਿੱਲੀ ਦੇ ਸਰਕਾਰੀ ਕਾਲਜ ਦੀ ਪ੍ਰੋਫੈਸਰੀ ਲਈ ਬੁਲਾਇਆ ਗਿਆ ਪਰ ਉਹ ਬੜੇ ਗੌਰਵ ਵਾਲੇ ਬੰਦੇ ਸਨ ਤੇ ਆਪਣੇ ਵੱਡੇ ਵਡੇਰਿਆਂ ਦੀ ਸ਼ਾਨ ਨੂੰ ਧਨ ਦੌਲਤ ਅਤੇ ਦੁਨੀਆ ਦੀ ਹਰ ਸ਼ੈ ਤੋਂ ਉੱਚਾ ਸਮਝਦੇ ਸਨ। ਉਹ ਐਸਾ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਸਨ ਜਿਸ ਨਾਲ ਉਹਨਾਂ ਦੀ ਇੱਜ਼ਤ ਵਿੱਚ ਫਰਕ ਪਵੇ। ਇਸੇ ਬਿਨਾਂ ਤੇ ਉਹਨਾਂ ਨੇ ਭਾਵੇਂ ਉਹਨਾਂ ਨੂੰ ਪੈਸੇ ਦੀ ਤੰਗੀ ਸੀ ਇਸ ਨੌਕਰੀ ਨੂੰ ਠੁਕਰਾ ਦਿੱਤਾ। ਦਿੱਲੀ ਕਾਲਜ ਵਿੱਚ ਅਰਬੀ ਦੀ ਸਿੱਖਿਆ ਦਾ ਤਾਂ ਪ੍ਰਬੰਧ ਚੰਗਾ ਸੀ ਪਰ ਉੱਥੇ ਫਾਰਸੀ ਪੜ੍ਹਾਉਣ ਲਈ ਵੀ ਕੋਈ ਯੋਗ ਵਿਦਵਾਨ ਨਹੀਂ ਸੀ। ਉਹਨਾਂ ਦਿਨਾਂ ਵਿੱਚ ਹਿੰਦ ਸਰਕਾਰ ਦਾ ਸੈਕਟਰੀ ਕਾਲਜ ਦੇ ਮੁਆਇਨੇ ਲਈ ਦਿੱਲੀ ਆਇਆ। ਉਹਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫਾਰਸੀ ਦੀ ਤਾਲੀਮ ਲਈ ਕਿਸੇ ਵਿਦਵਾਨ ਪ੍ਰੋਫੈਸਰ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਇਸ ਨੌਕਰੀ ਲਈ ਮਿਰਜ਼ਾ ਗਾਲਿਬ ਦੇ ਨਾਂ ਦੀ ਸਿਫਾਰਿਸ਼ ਹੋਈ ਤੇ ਉਹਨਾਂ ਨੂੰ ਮੁਲਾਕਾਤ ਲਈ ਬੁਲਾਇਆ ਗਿਆ। ਗਾਲਿਬ ਪਾਲਕੀ ਵਿੱਚ ਬੈਠ ਕੇ ਗਏ ਤੇ ਕਾਲਜ ਦੇ ਬੂਹੇ ਲਾਗੇ ਪਹੁੰਚ ਕੇ ਰੁਕ ਗਏ ਤੇ ਉਡੀਕਣ ਲੱਗੇ ਕਿ ਕੋਈ ਉਹਨਾਂ ਦੇ ਸਵਾਗਤ ਲਈ ਬਾਹਰ ਆਏ। ਇਤਨੇ ਵਿੱਚ ਉੱਥੋਂ ਦੇ ਕਿਸੇ ਕਰਮਚਾਰੀ ਨੇ ਪੁੱਛਿਆ ਕਿ ਉਹ ਅੰਦਰ ਕਿਉਂ ਨਹੀਂ ਜਾਂਦੇ। ਗਾਲਿਬ ਨੇ ਉੱਤਰ ਦਿੱਤਾ, ਅੱਗੋਂ ਕੋਈ ਲੈਣ ਆਏ ਤਾਂ ਪਾਲਕੀ ਤੋਂ ਉਤਰਾਂ। ਇਹ ਗੱਲ ਸੁਣ ਕੇ ਸਾਹਿਬ ਆਪ ਚੱਲ ਕੇ ਅੰਦਰੋਂ ਬਾਹਰ ਆਏ ਤੇ ਕਹਿਣ ਲੱਗੇ, ਮਿਰਜ਼ਾ ਸਾਹਿਬ ਤੁਸੀਂ ਇੱਥੇ ਰਸਮੀ ਮੁਲਾਕਾਤ ਲਈ ਨਹੀਂ ਆਏ, ਨੌਕਰੀ ਲਈ ਆਏ ਹੋ, ਇਸ ਲਈ ਕਿਸੇ ਦਾ ਤੁਹਾਡੇ ਸਵਾਗਤ ਲਈ ਬਾਹਰ ਆਉਣਾ ਬਣਦਾ ਨਹੀਂ। ਮਿਰਜ਼ਾ ਗਾਲਿਬ ਨੇ ਅੱਗੋਂ ਉੱਤਰ ਦਿੱਤਾ, ਜਨਾਬ ਮੈਂ ਨੌਕਰੀ ਇਸ ਲਈ ਕਰਨਾ ਚਾਹੁੰਦਾ ਹਾਂ ਕਿ ਮੇਰੀ ਇੱਜ਼ਤ ਦੇ ਤੇ ਵਕਾਰ ਵਧੇ, ਨਾ ਕਿ ਪਹਿਲਾਂ ਨਾਲੋਂ ਵੀ ਘੱਟ ਜਾਏ। ਜੇ ਨੌਕਰੀ ਤੋਂ ਭਾਵ ਹੁਣ ਵਾਲੇ ਰੁਤਬੇ ਤੋਂ ਥੱਲੇ ਡਿੱਗਣਾ ਹੈ ਤਾਂ ਇਸ ਨੌਕਰੀ ਤੋਂ ਮੇਰਾ ਦੂਰੋਂ ਹੀ ਸਲਾਮ। ਇਹ ਕਹਿ ਕੇ ਉਹਨਾਂ ਨੇ ਕਹਾਰਾਂ ਨੂੰ ਪਾਲਕੀ ਵਾਪਸ ਲੈ ਜਾਣ ਦਾ ਹੁਕਮ ਦੇ ਦਿੱਤਾ। ਮਿਰਜ਼ਾ ਗਾਲਿਬ ਨੂੰ ਸ਼ੁਰੂ ਤੋਂ ਹੀ ਸ਼ਤਰੰਜ ਅਤੇ ਚੌਸਰ ਖੇਡਣ ਦੀ ਆਦਤ ਸੀ। ਉਸ ਸਮੇਂ ਇਹ ਅਮੀਰਾਂ ਤੇ ਬੇਫਿਕਰ ਰਈਸਾਂ ਦਾ ਆਮ ਸ਼ੁਗਲ ਹੁੰਦਾ ਸੀ ਤੇ ਸਰਕਾਰੀ ਅਫਸਰ ਵੀ ਇਹਨਾਂ ਹਰਕਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਸਨ। ਪਰ ਜਦ ਕੋਈ ਸਖਤ ਅਫਸਰ ਆ ਜਾਂਦਾ ਤਾਂ ਇਹ ਹਾਸੇ ਖੇਡ ਦਾ ਸਮਾਨ ਲੋਕਾਂ ਲਈ ਸ਼ਾਮਤ ਬਣ ਜਾਂਦਾ। ਦਿੱਲੀ ਵਿੱਚ ਉਹਨੀ ਦਿਨੀ ਇੱਕ ਸਖਤ ਸੁਭਾਅ ਦਾ ਕੋਤਵਾਲ ਬਦਲ ਕੇ ਆਇਆ। ਪਤਾ ਨਹੀਂ ਉਹਦੀ ਗਾਲਿਬ ਨਾਲ ਕਿਵੇਂ ਵਿਗੜ ਗਈ ਕਿ ਇੱਕ ਦਿਨ ਉਹਨੇ ਗਾਲਿਬ ਦੇ ਮਕਾਨ ਤੇ ਛਾਪਾ ਮਾਰਿਆ। ਉਹਨੇ ਅੰਦਰ ਇਤਲਾਹ ਕਰਾਈ ਕਿ ਬਾਹਰ ਕੋਈ ਔਰਤਾਂ ਮਿਲਣ ਆਈਆਂ ਹਨ, ਇਸ ਲਈ ਕਿਸੇ ਨੇ ਵੀ ਉਹਨਾਂ ਦੇ ਅੰਦਰ ਆਉਣ ਤੇ ਇਤਰਾਜ਼ ਨਾ ਕੀਤਾ। ਕੋਤਵਾਲ ਨੇ ਮਿਰਜ਼ਾ ਨੂੰ ਜੁਆਖਾਨਾ ਕਾਇਮ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਤੇ ਮੁਕੱਦਮਾ ਕੰਵਰ ਵਜ਼ੀਰ ਅਲੀ ਖਾਨ ਦੀ ਕਚਹਿਰੀ ਵਿੱਚ ਪੇਸ਼ ਹੋਇਆ। ਬਾਦਸ਼ਾਹ ਬਹਾਦਰ ਸ਼ਾਹ ਤੇ ਹੋਰ ਸ਼ਹਿਰ ਦੇ ਪਤਵੰਤਿਆਂ ਵੱਲੋਂ ਰੈਜ਼ੀਡੈਂਟ ਦੇ ਨਾਂ ਗਾਲਿਬ ਨੂੰ ਛੱਡ ਦੇਣ ਦੀਆਂ ਸਿਫਾਰਿਸ਼ਾਂ ਕੀਤੀਆਂ ਗਈਆਂ ਪਰ ਵਿਅਰਥ। ਗਾਲਿਬ ਨੂੰ 6 ਮਹੀਨੇ ਬਾਮੁਸ਼ੱਕਤ ਕੈਦ ਅਤੇ 200 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਪਰ ਉਹ ਪੂਰੇ 6 ਮਹੀਨੇ ਕੈਦ ਵਿੱਚ ਨਹੀਂ ਰਹੇ। ਉਹ 3 ਮਹੀਨੇ ਪਿੱਛੋਂ ਦਿੱਲੀ ਦੇ ਸਿਵਲ ਸਰਜਨ ਦਾ ਡਾਕਟਰ ਰਾਸ ਦੀ ਸਿਫਾਰਿਸ਼ ਤੇ ਛੱਡ ਦਿੱਤੇ ਗਏ। ਭਾਵੇਂ ਇਹ ਕੈਦ ਕੇਵਲ ਨਜ਼ਰਬੰਦੀ ਹੀ ਸੀ, ਰੋਟੀ ਕੱਪੜਾ ਸਭ ਘਰੋਂ ਜਾਂਦਾ ਸੀ ਅਤੇ ਦੋਸਤਾਂ ਮਿੱਤਰਾਂ ਨੂੰ ਮਿਲਣ ਤੇ ਕੋਈ ਪਾਬੰਦੀ ਨਹੀਂ ਸੀ, ਫਿਰ ਵੀ ਕੈਦ ਕੈਦ ਹੀ ਹੁੰਦੀ ਹੈ। ਇਸ ਲਈ ਮਿਰਜ਼ਾ ਗਾਲਿਬ ਵਰਗੇ ਇੱਜ਼ਤ ਆਬਰੂ ਵਾਲੇ ਬੰਦੇ ਲਈ
ਇਹ ਬੜੀ दुखदायक ਅਤੇ अफसोसनाक घटना सी। वो लिखते हैं, मैं हर काम को खुदा की तरफ से समझता हूँ और खुदा से लड़ा नहीं जा सकता, पर मेरी आरजू है मैं अब इस दुनिया में ना रहूँ और घर रहूँ तो हिंदुस्तान में ना रहूँ। रूस है, मिस्र है, ईरान है, बगदाद है, ये भी जाने दो खुदा का काबा आज़ादों की तकिया गाह है। देखिए वो वक्त कब आएगा कि दरामदगी की कैद से जो इस गुजरी हुई कैद से ज़्यादा जान फरसा है न जात पाऊँ। इस कैद नाल गालिब ਦੇ ਵਕਾਰ ਨੂੰ ਸਖਤ ਧੱਕਾ ਲੱਗਾ। ਕੈਦ ਦੇ ਸਮੇਂ ਮਿਰਜ਼ਾ ਦੇ ਦੋਸਤਾਂ ਨੇ ਇਹਨਾਂ ਨਾਲ ਬੜੀ ਹਮਦਰਦੀ ਦਿਖਾਈ। ਨਵਾਬ ਮੁਸਤਫਾ ਖਾਨ ਸ਼ਿਫਤਾ ਨੇ ਹਰ ਤਰ੍ਹਾਂ ਨਾਲ ਇਹਨਾਂ ਦੀ ਮਦਦ ਕੀਤੀ। ਉਹ ਗਾਲਿਬ ਨੂੰ ਨਾ ਕੇਵਲ ਜੇਲ੍ਹ ਵਿੱਚ ਜਾ ਕੇ ਮਿਲਦਾ ਰਿਹਾ, ਬਲਕਿ ਉਹਨੇ ਮੁਕੱਦਮੇ ਦਾ ਸਾਰਾ ਖਰਚ ਵੀ ਆਪਣੇ ਪਾਸੋਂ ਹੀ ਕੀਤਾ। ਗਾਲਿਬ ਇਸ ਹਮਦਰਦੀ ਲਈ ਉਹਦਾ ਆਖਰੀ ਦਮ ਤੱਕ ਰਿਣੀ ਰਹੇ। ਪੈਸੇ ਦੀ ਤੰਗੀ ਦਾ ਦੌਰ ਗਾਲਿਬ ਤੇ ਬਹੁਤ ਚਿਰ ਤੱਕ ਰਿਹਾ। ਉਹ ਲਿਖਦੇ ਹਨ, ਜ਼ਿੰਦਗੀ अपनी जब इस शक्ल से गुजरी गालिब हम भी क्या याद करेंगे कि खुदा रखते थे। ਕਰਜ਼ਾ ਦੇਣ ਵਾਲਿਆਂ ਨੇ ਉਹਨਾਂ ਤੇ ਮੁਕੱਦਮੇ ਕਰ ਦਿੱਤੇ। ਇੱਕ ਮੁਕੱਦਮਾ ਉਹਨਾਂ ਤੇ ਕੋਲਕਾਤੇ ਦੇ ਮਸ਼ਹੂਰ ਅੰਗਰੇਜ਼ ਸ਼ਰਾਬ ਫਰੋਸ਼ ਮੈਕੈਫਰਨ ਨੇ ਕੀਤਾ। ਪਰ ਇਸ ਤਰ੍ਹਾਂ ਗੁਜ਼ਾਰਾ ਕਿੰਨਾ ਕੁ ਚਿਰ ਚੱਲ ਸਕਦਾ ਸੀ। ਇਹਨਾਂ ਦੀ ਪਤਨੀ ਮਾਈਕ ਹਾਲਤ ਵੇਖ ਕੇ ਦੋਸਤਾਂ ਨੂੰ ਵੀ ਫਿਕਰ ਪਿਆ। ਉਹਨਾਂ ਸਲਾਹ ਕੀਤੀ ਕਿ ਕਿਸੇ ਨਾ ਕਿਸੇ ਤਰ੍ਹਾਂ ਗਾਲਿਬ ਦੇ ਸੰਬੰਧ ਸ਼ਾਹੀ ਦਰਬਾਰ ਨਾਲ ਕਾਇਮ ਕੀਤੇ ਜਾਣ ਤਾਂ ਜੋ ਉਹਨੂੰ ਉੱਥੋਂ ਥੋੜ੍ਹੀ ਬਹੁਤ ਮਾਇਕ ਸਹਾਇਤਾ ਮਿਲ ਜਾਏ। ਪ੍ਰਸਿੱਧ ਕਵੀ ਜ਼ੌਕ 1803 ਤੋਂ ਸ਼ਾਹੀ ਕਵੀ ਅਤੇ ਬਾਦਸ਼ਾਹ ਦੇ ਉਸਤਾਦ ਸਨ। ਉਹਨਾਂ ਨੇ ਉੱਥੇ ਹੁੰਦਿਆਂ ਹੋਇਆਂ ਕੋਈ ਹੋਰ ਪਦਵੀ ਨਹੀਂ ਸੀ ਪ੍ਰਾਪਤ ਕਰ ਸਕਦਾ ਅਤੇ ਗਾਲਿਬ ਬੜੇ ਖੁਦ ਪਸੰਦ ਸਨ। ਇਸ ਲਈ ਉਹ ਜ਼ੌਕ ਤੋਂ ਘੱਟ ਪਦਵੀ ਲੈਣੀ ਕਿਵੇਂ ਸਵੀਕਾਰ ਕਰ ਸਕਦੇ ਸਨ। ਨਾਲੇ ਇਸ ਦਰਬਾਰ ਦਾ ਕਿਹੜਾ ਜਹਾਂਗੀਰੀ ਜਾਂ ਅਕਬਰੀ ਦਰਬਾਰ ਨਾਲ ਮੁਕਾਬਲਾ ਸੀ ਜਿੱਥੇ ਕਵੀ ਨੂੰ ਮਾਲਾ ਮਾਲ ਕਰ ਦਿੱਤਾ ਜਾਂਦਾ ਸੀ। ਇੱਥੇ ਤਾਂ ਜ਼ੌਕ ਨੂੰ ਦਰਬਾਰੀ ਕਵੀ ਦੀ ਹੈਸੀਅਤ ਵਿੱਚ ਹੁੰਦਿਆਂ ਹੋਇਆਂ ਵੀ ਕੇਵਲ 100 ਰੁਪਏ ਮਾਹਵਾਰ ਮਿਲਦੇ ਸਨ। ਪਰ ਜਦ ਗਾਲਿਬ ਨੂੰ ਮਾਇਕ ਤੰਗੀ ਨੇ ਹੱਦ ਤੋਂ ਵੱਧ ਆ ਦਬਾਇਆ ਤਾਂ ਆਖਿਰ ਉਹਨਾਂ ਨੇ ਬਾਦਸ਼ਾਹ ਦੀ ਨੌਕਰੀ ਕਰਨੀ ਕਬੂਲ ਕਰ ਲਈ। ਮੀਆਂ ਕਾਲੇ ਖਾਂ ਬਾਦਸ਼ਾਹ ਦੇ ਪੀਰ ਸਨ ਅਤੇ ਗਾਲਿਬ ਦੇ ਮਿੱਤਰ ਅਤੇ ਮਿਹਰਬਾਨ ਸਨ। ਇਹਨਾਂ ਵਰਗੇ ਇੱਕ ਦੋ ਹੋਰ ਰਸੂਖ ਵਾਲੇ ਸੱਜਣਾ ਨੇ ਬਹਾਦਰ ਸ਼ਾਹ ਪਾਸ ਗਾਲਿਬ ਦੀ ਸਿਫਾਰਿਸ਼ ਕੀਤੀ। ਗਾਲਿਬ 4 ਜੁਲਾਈ 1850 ਨੂੰ ਬਾਦਸ਼ਾਹ ਦੇ ਹਜ਼ੂਰ ਪੇਸ਼ ਹੋਏ। ਬਾਦਸ਼ਾਹ ਨੇ ਗਾਲਿਬ ਨੂੰ ਤੈਮੂਰ ਖਾਨਦਾਨ ਦਾ ਇਤਿਹਾਸ ਲਿਖਣ ਦਾ ਕੰਮ ਸੌਂਪ ਦਿੱਤਾ ਅਤੇ ਨਜਮੁਲ ਦੌਲਾ ਕਬੀਰੁਲ ਮਲਕ ਨਿਜ਼ਾਮੇ ਜੰਗ ਦਾ ਖਿਤਾਬ 6 ਪਾਰਚੇ 3 ਰਕਮ ਜਵਾਹਰਾਤ ਦੀ ਖਿਲੀਅਤ ਅਨਾਇਤ ਕੀਤੀ। 50 ਰੁਪਏ ਮਾਹਵਾਰ ਵਜ਼ੀਫਾ ਵੀ ਮੁਕਰਰ ਕਰ ਦਿੱਤਾ। ਇਸ ਤਰ੍ਹਾਂ ਗਾਲਿਬ ਸ਼ਾਹੀ ਮੁਲਾਜ਼ਮ ਬਣ ਗਏ। ਉਹ ਇਸ ਬਾਰੇ ਆਪਣੇ ਇੱਕ ਸ਼ੇਰ ਵਿੱਚ ਲਿਖਦੇ ਹਨ, ਗਾਲਿਬ ਵਜ਼ੀਫਾ ਖਵਾਰ ਹੋ ਕੇ ਦੋ ਸ਼ਾਹ ਕੋ ਦੁਆ। गालिब वजीफ़ा ख्वार होके दो शाह को दुआ, वो दिन गए कि कहते थे नौकर नहीं हूँ मैं। ਦਰਬਾਰ ਦਾ ਇਹ ਦਸਤੂਰ ਸੀ ਕਿ ਤਨਖਾਹ ਹਰ ਛਮਾਹੀ ਨੂੰ ਮਿਲਦੀ ਸੀ, ਪਰ ਗਾਲਿਬ ਦੀਆਂ 3 ਬਦਿਨ ਲੋੜਾਂ ਇਸ ਤਰ੍ਹਾਂ ਪੂਰੀਆਂ ਨਹੀਂ ਸਨ ਹੁੰਦੀਆਂ। 1 ਸਾਲ ਪਿੱਛੋਂ ਗਾਲਿਬ ਨੇ ਅੱਕ ਕੇ ਸ਼ਾਹ ਨੂੰ ਦਰਖਾਸਤ ਕੀਤੀ ਕਿ ਉਹਨੂੰ ਤਨਖਾਹ ਹਰ ਮਹੀਨੇ ਦਿੱਤੀ ਜਾਏ। ਉਹਨਾਂ ਲਿਖਿਆ, आपकी ज़रा नवाजी ने मुझ बेहुनर को अपनी मुलाजमत का शरफ बख्शा और रोज़ीना मुकर्रर किया, लेकिन इसके मिलने का अजीब तरीका है। 6 महीने के बाद मिलता है। मुझे यौके आरइश नहीं कि तुरावा दस्तूर मांगूँ, लेकिन इन रोज़मर्रा की ज़रूरतों का क्या करूँ। इन्हीं को इतनी मुद्दत तक मुलतवी नहीं कर सकता। मजबूर होकर कर्ज़ लेता हूँ, लेकिन आए दिन कर्ज़ लेने से महाजन सूद की सरा ज़्यादा मुकर्रर करता है, जिसका नतीजा ये हुआ कि पहली छमाही में 1/3 सूद में चली गई। पीरो मुर्शद, आपका बंदा और शिकूँ नंगा, आपका नौकर और खाऊँ उधार। मेरी तनख्वाह कीजिए माह बा माह, ता ना हो मुझको ज़िंदगी दुश्वार। तुम सलामत रहो 1000 बरस, हर बरस में हो दिन 50,000। इस अर्जी का असर यह होया कि 1857 की आज़ादी की जंग के शुरू होने तक तनख्वाह हर महीने मिलती रही। बादशाह ते गालिब विचकार काफ़ी खुल सी। इस संबंध में 2-3 कहानियां मशहूर हैं। एक बारी रमज़ान का महीना लंघ गया तो बादशाह ने गालिब तो पूछा, मिर्ज़ा तुमने कितने रोज़े रखे हैं। अग्गों मिर्ज़ा ने उत्तर दिता, पीरो मुर्शद एक नहीं रखा। इस मौके पर गालिब ने शेर पढ़ा, जिसके पास रोज़ा खोल के खाने को कुछ ना हो, जिसके पास रोज़ा खोल के खाने को कुछ ना हो, रोज़ा अगर ना खाए तो नाचार क्या करे। एक बारी बादशाह ने गालिब नूं तोहफे के तौर पर बेसन का परौंठा भेजा। इस ते गालिब ने एक कविता लिखी, ना पूछ इसकी हकीकत हजूर वाला ने मुझे जो भेजी है बेसन की रोगनी रोटी। ना पूछ इसकी हकीकत हजूरे वाला ने मुझे जो भेजी है बेसन की रंगनी रोटी। ना खाते गेहूँ निकलते, ना खुद से बहर जो खाते हज़रत आदम ये बेसनी रोटी।
1854 ਵਿੱਚ ਬਾਦਸ਼ਾਹ ਦਾ ਵਲੀ ਅਹਿਦ ਗਾਲਿਬ ਦਾ ਸ਼ਾਗਿਰਦ ਬਣਿਆ। ਇਸ ਨਾਤੇ ਉਹਨਾਂ ਨੂੰ 400 ਰੁਪਇਆ ਸਾਲਾਨਾ ਤਨਖਾਹ ਮਿਲਣੀ ਸ਼ੁਰੂ ਹੋ ਗਈ। ਉਸੇ ਸਾਲ ਕਵੀ ਜ਼ੌਕ ਵੀ ਗੁਜ਼ਰ ਗਿਆ, ਇਸ ਲਈ ਬਾਦਸ਼ਾਹ ਨੇ ਗਾਲਿਬ ਨੂੰ ਉਸਤਾਦ ਧਾਰ ਲਿਆ। ਲਖਨਊ ਦੇ ਨਵਾਬ ਵਾਜਦ ਅਲੀ ਵੱਲੋਂ ਵੀ ਉਹਨਾਂ ਨੂੰ 500 ਰੁਪਇਆ ਸਾਲਾਨਾ ਮਿਲਣਾ ਸ਼ੁਰੂ ਹੋ ਗਿਆ ਅਤੇ ਇਸ ਨਾਲ ਕਾਫੀ ਹੱਦ ਤੱਕ ਸੰਤੁਸ਼ਟ ਹੋ ਗਏ। ਪਰ ਇਹ ਹਾਲਤ ਜ਼ਿਆਦਾ ਚਿਰ ਤੱਕ ਨਾ ਰਹੀ। ਵੱਡਾ ਸ਼ਹਿਜ਼ਾਦਾ ਗੁਜ਼ਰ ਗਿਆ। ਲਖਨਊ ਨੂੰ ਅੰਗਰੇਜ਼ਾਂ ਨੇ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਅਤੇ ਨਵਾਬ ਨੂੰ ਨਜ਼ਰਬੰਦ ਕਰਕੇ ਕਲਕੱਤੇ ਲੈ ਗਏ। ਫਿਰ 1857 ਵਿੱਚ ਗਦਰ ਹੋ ਗਿਆ। ਬਾਦਸ਼ਾਹ ਨੂੰ ਪਕੜ ਕੇ ਰੰਗੂਨ ਲੈ ਜਾਂਦਾ ਗਿਆ, ਜਿੱਥੇ 1862 ਵਿੱਚ ਉਸਦਾ ਚਲਾਣਾ ਕਰ ਗਿਆ। ਗਦਰ ਦੇ ਜ਼ਮਾਨੇ ਵਿੱਚ ਗਾਲਿਬ ਬੜੀਆਂ ਮੁਸ਼ਕਿਲਾਂ ਦਾ ਸ਼ਿਕਾਰ ਰਹੇ। ਉਸ ਬਾਰੇ ਆਪਣੀ ਫਾਰਸੀ ਦੀ ਪੁਸਤਕ ਦਸਤਨਬੂ ਵਿੱਚ ਲਿਖਦੇ ਹਨ, ਜਿਸ ਵਿੱਚ ਉਹਨਾਂ ਗਦਰ ਦੀ ਘਰ ਬੈਠਿਆਂ ਹੀ ਜੋ ਘਟਨਾਵਾਂ ਸੁਣੀਆਂ ਸਨ ਦਰਜ ਕੀਤੀਆਂ ਹਨ। ਉਹ ਲਿਖਦੇ ਹਨ ਕਿ ਤੈਮੂਰ ਖਾਨਦਾਨ ਦਾ ਚਮਕਦਾ ਦੀਵਾ ਆਖਰੀ ਦਮਾਂ 'ਤੇ ਸੀ। ਜਾਂ ਸੁਬਹ ਦਮ ਜੋ ਦੇਖੀਏ ਆकर बज़म में, या सुबह दम जो देखिए आकर बज़म में, ना वो सरूरो सूर ना जोशो खरोश में। उस महफिल विच जिथे सारी रात रौनक लगी रही सी, हुण चुप वरती हुई है ते शानदार मुगल सल्तनत के आखिरी मस्कीन जे बादशाह बहादुर शाह बारे लिखते हैं। दागे फिराक ए मुहब्बत छबी जली हुई, एक शमा रह गई थी वो भी खामोश है। एक शमा रह गई थी तो वो भी खामोश है। ਰਾਤ ਦੇ ਵਿਛੋੜੇ ਵਿੱਚ ਬਲ ਰਿਹਾ ਇੱਕੋ ਦੀਵਾ ਰਹਿ ਰਿਹਾ ਸੀ ਅਤੇ ਉਹ ਵੀ ਹੁਣ ਬੁਝ ਗਿਆ ਹੈ। ਗਦਰ ਪਹਿਲਾ 10 ਮਈ 1857 ਨੂੰ ਮੇਰਠ ਛਾਉਣੀ ਵਿੱਚ ਸ਼ੁਰੂ ਹੋਇਆ। ਉੱਥੋਂ ਦੀ ਸੈਨਾ ਅੰਗਰੇਜ਼ ਅਫਸਰਾਂ ਨੂੰ ਕਤਲ ਕਰਕੇ ਦਿੱਲੀ ਪਹੁੰਚੀ ਅਤੇ ਬਾਦਸ਼ਾਹ ਨੂੰ ਪੱਕੋ ਪੈਰੀ ਫੇਰ ਖੜਾ ਕਰਕੇ ਉਹਦਾ ਸਾਰੇ ਹਿੰਦੁਸਤਾਨ ਦਾ ਸ਼ਹਿਨਸ਼ਾਹ ਹੋਣ ਦਾ ਐਲਾਨ ਕੀਤਾ ਗਿਆ। ਬਾਗੀ ਅਸਲ ਵਿੱਚ ਬਾਦਸ਼ਾਹ ਦੇ ਮੋਢੇ 'ਤੇ ਬੰਦੂਕ ਰੱਖ ਕੇ ਚਲਾਉਣੀ ਚਾਹੁੰਦੇ ਸਨ। ਬਾਦਸ਼ਾਹ ਜਾਣਦਾ ਸੀ ਕਿ ਬਾਗੀਆਂ ਦੇ ਇਸ ਤਰ੍ਹਾਂ ਕਰਨ ਨਾਲ ਉਸਦਾ ਕੀ ਹਾਲ ਹੋਏਗਾ, ਪਰ ਉਹ ਮਜਬੂਰ ਸੀ। ਉਹ ਇੱਕ ਕਿਸਮ ਦਾ ਬਾਗੀਆਂ ਦਾ ਕੈਦੀ ਸੀ। 4 ਮਹੀਨੇ ਸ਼ਹਿਰ ਵਿੱਚ ਖੂਬ ਬਦ ਇੰਤਜ਼ਾਮੀ ਫੈਲੀ ਰਹੀ ਅਤੇ ਕਈ ਬੇਗੁਨਾਹ ਲੋਕ ਅੰਗਰੇਜ਼ ਦੀ ਹਿੰਦੁਸਤਾਨੀ ਵੀ ਬਾਗੀਆਂ ਦੇ ਹੱਥੋਂ ਮਾਰੇ ਗਏ। ਆਖਰ ਸਤੰਬਰ ਨੂੰ ਅੰਗਰੇਜ਼ਾਂ ਨੇ ਦਿੱਲੀ 'ਤੇ ਦੁਬਾਰਾ ਕਬਜ਼ਾ ਕਰ ਲਿਆ। ਗਾਲਿਬ ਲਿਖਦੇ ਹਨ, ਕੋਈ ਨਾ ਸਮਝੇ ਕਿ ਆਪਣੀ बेरौनकी और तबाही में को गम में मरता हूँ। अंग्रेज़ की कौम में जो इन कालों के हाथों से कत्ल हुए, इनसे मेरा कोई उम्मीदगार था, कोई मेरा शफीक और कोई मेरा दोस्त और कोई मेरा यार और कोई मेरा शागिर्द। हिंदुस्तानियों में कुछ अजीज़, कुछ दोस्त, कुछ शागिर्द, कुछ माशूक, सो वो सब के सब खाक में मिल गए। एक अजीम का मातम कितना सख्त होता है जो अजीज़ों का मातमदार हूँ। इस ज़बाने ਗਾਲਿਬ ਬਿੱਲੀ ਮਾਰਾਂ ਦੇ ਮੁਹੱਲੇ ਵਿੱਚ ਰਹਿੰਦੇ ਸਨ। ਇਸ ਮੁਹੱਲੇ ਵਿੱਚ ਖਾਨਦਾਨੀ ਹਕੀਮ ਰਹਿੰਦੇ ਸਨ ਜੋ ਪਟਿਆਲੇ ਦੇ ਰਾਜੇ ਪਾਸ ਨੌਕਰੀ ਕਰਦੇ ਸਨ। ਇਹਨਾਂ ਦੀ ਰੱਖਿਆ ਲਈ ਪਟਿਆਲੇ ਦੇ ਮਹਾਰਾਜਾ ਨਰਿੰਦਰ ਸਿੰਘ ਨੇ ਇੱਕ ਦੀਵਾਰ ਬਣਾ ਦਿੱਤੀ ਸੀ ਤਾਂ ਜੋ ਬਾਹਰੋਂ ਕੋਈ ਲੁਟੇਰਾ ਇਸ ਮਹੱਲ ਦੇ ਅੰਦਰ ਨਾ ਆ ਸਕੇ। ਇਸ ਦੀਵਾਰ ਲਾਗੇ ਉਹਨਾਂ ਆਪਣੇ ਆਦਮੀਆਂ ਦਾ ਪਹਿਰਾ ਵੀ ਲਾ ਦਿੱਤਾ ਸੀ ਤਾਂ ਜੋ ਅੰਗਰੇਜ਼ੀ ਫੌਜ ਇਸ ਮੁਹੱਲੇ ਵਾਲਿਆਂ ਨੂੰ ਤੰਗ ਨਾ ਕਰੇ। ਫਸਾਦ ਸ਼ੁਰੂ ਹੁੰਦਿਆਂ ਹੀ ਗਾਲਿਬ ਦੀ ਬੇਗਮ ਨੇ ਗਾਲਿਬ ਨੂੰ ਪੁੱਛੇ ਬਿਨਾਂ ਹੀ ਆਪਣਾ ਸਾਰਾ ਗਹਿਣਾ ਲੁੱਟੇ ਜਾਣ ਤੋਂ ਬਚਾਉਣ ਲਈ ਮੀਆਂ ਕਾਲੇ ਖਾਂ ਦੇ ਮਕਾਨ 'ਤੇ ਭੇਜ ਦਿੱਤਾ। ਗਾਲਿਬ ਦਾ ਆਪਣਾ ਮਕਾਨ ਤਾਂ ਬਚਿਆ ਰਿਹਾ, ਪਰ ਕਾਲੇ ਖਾਂ ਦਾ ਮਕਾਨ ਪੂਰੀ ਤਰ੍ਹਾਂ ਲੁੱਟਿਆ ਗਿਆ ਅਤੇ ਨਾਲ ਹੀ ਬੇਗਮ ਦਾ ਸਾਰਾ ਗਹਿਣਾ ਵੀ। ਸ਼ਹਿਰ ਵਿੱਚ ਇਤਨੀ ਘਬਰਾਹਟ ਫੈਲੀ ਹੋਈ ਸੀ ਕਿ ਦੋਸ਼ੀਆਂ ਨੇ ਤਾਂ ਦੌੜਨਾ ਹੀ ਸੀ। ਬੇਗੁਨਾਹਾਂ ਨੂੰ ਵੀ ਸ਼ਹਿਰ ਛੱਡ ਕੇ ਨੱਸਣਾ ਪਿਆ। ਇਹ ਇੱਕ ਦਿਨ ਗਾਲਿਬ ਲਈ ਵੀ ਬੜੇ ਮੁਸੀਬਤ ਦੇ ਦਿਨ ਸਨ। ਆਮਦਨੀ ਬਿਲਕੁਲ ਬੰਦ ਹੋ ਗਈ ਸੀ ਅਤੇ ਖਰਚ ਪਹਿਲਾਂ ਨਾਲੋਂ ਵੀ ਵੱਧ ਗਿਆ ਸੀ। ਹਾਂ, ਮੁਨਸ਼ੀ ਹਰਗੋਪਾਲ ਤਫਤਾ, ਮੁਨਸ਼ੀ ਹੀਰਾ ਸਿੰਘ ਦੇ ਅਤੇ ਪੰਡਤ ਸ਼ਿਵਰਾਮ ਵਰਗੇ ਉਹਦੇ ਦੋਸਤ ਉਹਦੀ ਹਰ ਮੁਮਕਿਨ ਮਦਦ ਕਰਦੇ ਰਹੇ। ਇਸੇ ਦੌਰਾਨ ਵਿੱਚ ਕੁਝ ਗੋਰੇ ਸਿਪਾਹੀ ਗਾਲਿਬ ਦੇ ਮੁਹੱਲੇ ਵਿੱਚ ਜ਼ਬਰਦਸਤੀ ਆ ਵੜੇ ਅਤੇ ਗਾਲਿਬ ਸਮੇਤ ਕੁਝ ਮੁਸਲਮਾਨਾਂ ਨੂੰ ਪਕੜ ਕੇ ਲੈ ਗਏ ਅਤੇ ਕਰਨਲ ਬਰਾਊਨ ਸਾਹਮਣੇ ਜਾ ਪੇਸ਼ ਕੀਤਾ। ਕਰਨਲ ਸਾਹਿਬ ਨੇ ਗਾਲਿਬ ਦੀ ਵਜ੍ਹਾ ਕਤਾ ਵੇਖ ਕੇ ਪੁੱਛਿਆ, ਕਿਆ ਤੁਮ ਮੁਸਲਮਾਨ ਹੋ? गालिब ने उत्तर दिता, हजूर मैं आधा मुसलमान हूँ। करनल हैरान होकर पूछने लगा, वो कैसे? गालिब ने कहा, हजूर मैं शराब पीता हूँ, सूर नहीं खाता, इसलिए आधा कहा है। ऐ सुन के सब जने हसन लग पे। गालिब अपने नाल ही होर मुहल्ले वालियां नूं भी मुहल्ले विच पहला वांग ही रहन दी आग्या मिल गई। इन्हां दिनां विच ही गालिब नूं खबर मिली कि उन्हां दा भरा मिर्ज़ा यूसुफ जो लागे ही किसी होर मुहल्ले विच रहिंदा है गुजर गया है। शहर ਵਿੱਚ ਹਾਲਤ ਇਤਨੀ ਖਰਾਬ ਸੀ ਕਿ 2-4 ਆਦਮੀਆਂ ਦਾ ਵੀ ਕਬਰਿਸਤਾਨ ਤੱਕ ਲਾਸ਼ ਦਾ ਲੈ ਜਾਣਾ ਅਸੰਭਵ ਸੀ। ਨਾ ਕਿਤੋਂ ਕਫਨ ਮਿਲਦਾ ਸੀ ਤੇ ਨਾ ਹੀ ਕਬਰ ਖੋਦਣ ਵਾਲਾ। ਗਾਲਿਬ ਦੇ ਗੁਆਂਢੀਆਂ ਨੇ ਗਾਲਿਬ ਦੀ ਬੇਬਸੀ ਤੇ ਤਰਸ ਖਾਧਾ। ਮਿਰਜ਼ਾ ਦੇ ਨੌਕਰ ਅਤੇ ਮਹਾਰਾਜਾ ਪਟਿਆਲਾ ਦਾ ਇੱਕ ਸਿਪਾਹੀ ਨਾਲ ਗਿਆ ਤੇ ਲਾਸ਼ ਨੂੰ ਗਲੀ ਦੇ ਸਿਰੇ ਤੇ ਇੱਕ ਮਸਜਿਦ ਵਿੱਚ ਦਬਾ ਦਿੱਤਾ ਗਿਆ।
ਇਹਨਾਂ ਦਿਨਾਂ ਵਿੱਚ ਗਾਲਿਬ ਪਹਿਨਣ ਵਾਲੇ ਕੱਪੜੇ ਵੇਚ ਕੇ ਗੁਜ਼ਾਰਾ ਕਰਦੇ ਹਨ, ਪਰ ਜਨਵਰੀ 1858 ਪਿੱਛੋਂ ਸ਼ਹਿਰ ਵਿੱਚ ਹਿੰਦੂਆਂ ਦੇ ਮੁੜ ਤੋਂ ਵਸ ਜਾਣ ਦਾ ਹੁਕਮ ਹੋ ਚੁੱਕਾ ਸੀ। ਉਹਨਾਂ ਦੇ ਹਿੰਦੂ ਦੋਸਤਾਂ ਅਤੇ ਸ਼ਾਗਿਰਦਾਂ ਨੇ ਇਸ ਮੁਸੀਬਤ ਵਿੱਚ ਉਹਨਾਂ ਦੀ ਬੜੀ ਮਦਦ ਕੀਤੀ। ਗਦਰ ਤੋਂ ਪਹਿਲਾਂ ਗਾਲਿਬ ਦੀ ਆਮਦਨ ਦੇ ਦੋ ਹੀ ਪੱਕੇ ਸਾਧਨ ਸਨ, ਇੱਕ ਕਿਲੇ ਤੋਂ ਤਨਖਾਹ, ਦੂਜੀ ਖਾਨਦਾਨੀ ਪੈਨਸ਼ਨ। ਗਦਰ ਦੇ ਸਮੇਂ ਇਹ ਦੋਵੇਂ ਸਾਧਨ ਬੰਦ ਹੋ ਗਏ। ਕਿਲੇ ਦੀ ਤਨਖਾਹ ਤਾਂ ਇਸ ਲਈ ਬੰਦ ਹੋ ਗਈ ਕਿ ਉਹ ਘਰ ਤੋਂ ਬਾਹਰ ਨਹੀਂ ਸਨ ਨਿਕਲਦੇ ਤੇ ਤਨਖਾਹ ਆਪ ਜਾ ਕੇ ਲਿਆਉਣੀ ਪੈਂਦੀ ਸੀ, ਅਤੇ ਗਦਰ ਤੋਂ ਪਿੱਛੋਂ ਤਨਖਾਹ ਦੇਣ ਵਾਲਾ ਹੀ ਖਤਮ ਹੋ ਗਿਆ। ਅੰਗਰੇਜ਼ਾਂ ਵੱਲੋਂ ਮਿਲੀ ਜਾਣ ਵਾਲੀ ਪੈਨਸ਼ਨ ਇਸ ਲਈ ਬੰਦ ਹੋ ਗਈ ਕਿ ਗਾਲਿਬ ਤੇ ਬਾਗੀਆਂ ਦੀ ਹਮਾਇਤ ਦਾ ਇਲਜ਼ਾਮ ਸੀ। ਗਦਰ ਤੋਂ 3 ਸਾਲ ਪਿੱਛੋਂ ਤੱਕ ਨਾ ਹੀ ਉਹਨਾਂ ਨੂੰ ਪੈਨਸ਼ਨ ਮਿਲੀ, ਨਾ ਹੀ ਦਰਬਾਰ ਤੋਂ ਖੱਲਤ। ਇਸ ਦੀ ਬਹਾਲੀ ਵਿੱਚ 2 ਸਾਲ ਲੱਗ ਗਏ। ਜਦ 1858 ਵਿੱਚ ਗਾਲਿਬ ਦੀ ਫਾਰਸੀ ਦੀ ਕਿਤਾਬ ਦਸਨਬੂ ਛਪੀ ਤਾਂ ਉਹਨਾਂ ਸੋਹਣੀ ਜਿਹੀ ਜਿਲਦ ਕਰਵਾ ਕੇ 2 ਕਿਤਾਬਾਂ ਵਲਾਇਤ ਅਤੇ 4 ਹਿੰਦੁਸਤਾਨ ਵੱਡੇ ਅੰਗਰੇਜ਼ ਅਫਸਰਾਂ ਨੂੰ ਭੇਜੀਆਂ। ਇਹ ਕਿਤਾਬ ਬੜਾ ਸਲਾਈ ਗਈ। ਇਸ ਦੇ ਬਾਵਜੂਦ ਵੀ ਜਦ ਮੇਰਠ ਵਿੱਚ ਦਰਬਾਰ ਹੋਇਆ ਤਾਂ ਗਾਲਿਬ ਤੋਂ ਸਿਵਾ ਸਭ ਦਰਬਾਰੀ ਬੁਲਾਏ ਗਏ, ਕਿਉਂਕਿ ਇਹ ਸ਼ੱਕ ਕੀਤਾ ਜਾਂਦਾ ਸੀ ਕਿ ਗਦਰ ਵੇ ਉਹਨਾਂ ਬਾਗੀਆਂ ਨਾਲ ਮਿਲੇ ਹੋਏ ਹਨ। ਇਸ ਤਰ੍ਹਾਂ ਜਦ ਮਿਰਜ਼ਾ ਦੀ ਹਾਲਤ ਬਹੁਤ ਪਤਲੀ ਹੋ ਗਈ, ਕੱਪੜੇ ਵਿਕ ਗਏ ਤੇ ਕਰਜ਼ ਮਿਲਣਾ ਬੰਦ ਹੋ ਗਿਆ ਤਾਂ ਉਹਨਾਂ ਨੇ ਆਪਣੀ ਬੇਗਮ ਨੂੰ ਰਿਸ਼ਤੇਦਾਰਾਂ ਕੋਲ ਛੱਡ ਕੇ ਰਾਜਾ ਨਰਿੰਦਰ ਸਿੰਘ ਪਾਸ ਪਟਿਆਲੇ ਜਾਣ ਦੀ ਸਲਾਹ ਕੀਤੀ, ਕਿਉਂਕਿ ਉਹਨਾਂ ਦੇ ਗਵਾਂਢੀ ਹਕੀਮ ਮਹਿਮੂਦ ਖਾਨ ਮਹਾਰਾਜੇ ਦੇ ਦਰਬਾਰੀ ਹਕੀਮ ਸਨ। ਮਿਰਜ਼ਾ ਨੇ ਮਹਾਰਾਜਾ ਦੀ ਤਾਰੀਫ ਵਿੱਚ ਇੱਕ ਕਸੀਦਾ ਲਿਖਿਆ, ਪਰ ਬਾਅਦ ਵਿੱਚ ਕਈ ਕਾਰਨਾਂ ਕਰਕੇ ਇਰਾਦਾ ਬਦਲ ਲਿਆ ਤੇ ਰਾਮਪੁਰ ਜਾਣ ਦਾ ਮਨ ਬਣਾ ਲਿਆ। ਰਾਮਪੁਰ ਦਾ ਨਵਾਬ ਇਹਨਾਂ ਦਾ ਸ਼ਾਗਿਰਦ ਸੀ ਤੇ ਗਾਹੇ ਬਗਾਹੇ ਇਹਨਾਂ ਦੀ ਮਦਦ ਕਰਦਾ ਰਹਿੰਦਾ ਸੀ। ਨਵਾਬ ਨੇ ਕਿਹਾ ਕਿ ਜੇ ਉਸ ਪਾਸ ਰਾਮਪੁਰ ਵਿੱਚ ਆ ਕੇ ਠਹਿਰਨ ਤਾਂ ਉਹਨਾਂ ਨੂੰ 200 ਰੁਪਇਆ ਮਾਹਵਾਰ ਮਿਲੇਗਾ ਤੇ ਦਿੱਲੀ ਵਿੱਚ ਰਹਿਣ ਤਾਂ 100 ਰੁਪਏ। ਰਾਮਪੁਰ ਜਾਣ ਸਮੇਂ ਉਹ ਆਰਫ ਦੇ 2 ਬੱਚਿਆਂ ਨੂੰ ਵੀ ਨਾਲ ਲੈ ਗਏ ਸਨ। ਉਹ 1.5 ਮਹੀਨਾ ਉੱਥੇ ਰਹਿ ਕੇ ਘਬਰਾ ਉੱਠੇ ਤੇ ਉੱਥੋਂ ਵਾਪਸ ਆ ਗਏ। ਇਸ ਸਫ਼ਰ ਦੀ ਮਿਰਜ਼ਾ ਨੂੰ ਆਪਣੇ ਮਕਸਦ ਵਿੱਚ ਕੋਈ ਖਾਸ ਸਫਲਤਾ ਨਾ ਹੋਈ। ਰੱਬ ਵੱਲੋਂ ਇਸ ਸਫ਼ਰ ਨਾਲ ਅੰਗਰੇਜ਼ੀ ਪੈਨਸ਼ਨ ਦਾ ਰਾਹ ਖੁੱਲ੍ਹ ਗਿਆ। ਉਹ ਰਾਮਪੁਰ ਤੋਂ ਵਾਪਸੀ ਤੇ ਮੁਰਾਦਾਬਾਦ ਵਿੱਚ ਇੱਕ ਸਰਾਂ ਵਿੱਚ ਠਹਿਰੇ ਤਾਂ ਉਸ ਸਮੇਂ ਸਰ ਸੈਯਦ ਅਹਿਮਦ ਉੱਥੇ ਰਹਿੰਦੇ ਸਨ। ਕਿਸੇ ਕਾਰਨ ਉਹਨਾਂ ਨਾਲ ਗਾਲਿਬ ਦੇ ਸੰਬੰਧ ਕੁਝ ਫਿੱਕੇ ਪੈ ਗਏ ਸਨ, ਇਸ ਲਈ ਨਾ ਹੀ ਰਾਮਪੁਰ ਜਾਣ ਸਮੇਂ ਨਾ ਹੀ ਵਾਪਸੀ ਸਮੇਂ ਗਾਲਿਬ ਨੇ ਸਰ ਸੈਯਦ ਨੂੰ ਇਤਲਾਹ ਦਿੱਤੀ ਸੀ। ਪਰ ਕਿਸੇ ਤਰ੍ਹਾਂ ਇਸ ਬਾਰੇ ਜਦ ਸਰ ਸੈਯਦ ਨੂੰ ਪਤਾ ਲੱਗ ਗਿਆ ਸੀ, ਇਸ ਲਈ ਉਹ ਆਪ ਆ ਕੇ ਗਾਲਿਬ ਨੂੰ ਸਰਾਂ ਤੋਂ ਆਪਣੇ ਘਰ ਲੈ ਗਏ। ਗਾਲਿਬ ਨੇ ਉਹਨਾਂ ਨਾਲ ਸਾਰੀ ਗੱਲਬਾਤ ਦੱਸੀ। ਸਰ ਸੈਯਦ ਨੇ ਸਰਕਾਰ ਅੰਗਰੇਜ਼ੀ ਦੇ ਆਪਸੀ ਸੰਬੰਧ ਬਹੁਤ ਚੰਗੇ ਸਨ। ਸਰ ਸੈਯਦ ਨੇ ਸਰਕਾਰ 'ਤੇ ਦਬਾਅ ਪਾਇਆ, ਜਿਸ ਦਾ ਨਤੀਜਾ ਇਹ ਹੋਇਆ ਕਿ ਕੁਝ ਸਮੇਂ ਪਿੱਛੋਂ ਗਾਲਿਬ ਦੀ ਪੈਨਸ਼ਨ ਬਹਾਲ ਹੋ ਗਈ। ਬੁਢਾਪਾ ਤੇ ਮੌਤ। ਗਾਲਿਬ ਜਵਾਨੀ ਦੇ ਦਿਨਾਂ ਵਿੱਚ ਸ਼ਹਿਰ ਦੇ ਸੁੰਦਰ ਅਤੇ ਸੁਡੌਲ ਮਨੁੱਖਾਂ ਵਿੱਚੋਂ ਗਿਣੇ ਜਾਂਦੇ ਸਨ, ਪਰ ਆਖਰੀ ਉਮਰ ਵਿੱਚ ਖੁਰਾਕ ਦੀ ਕਿੱਲਤ ਅਤੇ ਬਿਮਾਰੀਆਂ ਨਾਲ ਨਿਡਾਲ ਹੋਣ ਕਰਕੇ ਉਹ ਬਹੁਤ ਕਮਜ਼ੋਰ ਹੋ ਗਏ ਸਨ। ਫਿਰ ਵੀ ਉਹਨਾਂ ਦੇ ਚਿਹਰੇ 'ਤੇ ਆਖਰੀ ਉਮਰ ਜਲਾਲ ਕਾਇਮ ਰਿਹਾ। ਅਸਲ ਵਿੱਚ ਗਾਲਿਬ ਦੀ ਸਿਹਤ ਸ਼ਰਾਬ ਨੇ ਤਬਾਹ ਕਰ ਦਿੱਤੀ ਸੀ। ਉਹਨਾਂ ਦਾ ਸਰੀਰ ਮਜ਼ਬੂਤ ਸੀ, ਇਸ ਲਈ ਜਵਾਨੀ ਸਮੇਂ ਸ਼ਰਾਬ ਦਾ ਭੈੜਾ ਅਸਰ ਦੱਬਿਆ ਰਿਹਾ, ਪਰ ਬੁਢਾਪੇ ਵਿੱਚ ਜਿਸਮਾਨੀ ਤਾਕਤ ਘਟਦੀ ਗਈ ਅਤੇ ਸਰੀਰ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਗਿਆ। ਇੱਥੋਂ ਤੱਕ ਕਿ ਗਾਲਿਬ ਦੇ ਜੀਵਨ ਦੇ ਆਖਰੀ 9-10 ਸਾਲਾਂ ਵਿੱਚ ਕੋਈ ਐਸਾ ਇੱਕ ਵੀ ਦਿਨ ਨਹੀਂ ਆਇਆ ਜਦ ਉਹਨਾਂ ਨੇ ਆਪਣੀ ਸਿਹਤ ਬਾਰੇ ਸ਼ਿਕਾਇਤ ਨਾ ਕੀਤੀ ਹੋਵੇ। ਜਿਸਮਾਨੀ ਤੇ ਮਾਇਕ ਪਰੇਸ਼ਾਨੀਆਂ ਕਾਰਨ ਉਹ ਆਪਣੀ ਆਖਰੀ ਉਮਰ ਵਿੱਚ ਮੌਤ ਨੂੰ ਹੀ ਉਡੀਕਦੇ ਰਹਿੰਦੇ ਸਨ। ਉਹਨਾਂ ਦਾ ਸਾਰਾ ਸਰੀਰ ਫੋੜੇ ਫਿੰਸਿਆਂ ਨਾਲ ਭਰ ਗਿਆ ਸੀ। ਉਹਨਾਂ ਆਪਣੀ ਮੌਤ ਦੇ ਦਿਨ ਦੀ ਪੇਸ਼ੀਨਗੋਈ ਵੀ ਕਰ ਛੱਡੀ ਸੀ। ਜਿਹੜਾ ਦਿਨ ਉਹਨਾਂ ਨੇ ਆਪਣੀ ਮੌਤ ਦਾ ਮੁਕਰਰ ਕੀਤਾ ਹੋਇਆ ਸੀ ਉਹ ਲੰਘ ਗਿਆ। ਕਿਸੇ ਯਾਰ ਦੋਸਤ ਨੇ ਪੁੱਛਿਆ ਕਿ ਜਨਾਬ ਤੁਹਾਡੀ ਪੇਸ਼ੀਨਗੋਈ ਦਾ ਕੀ ਬਣਿਆ? ਗਾਲਿਬ ਨੇ ਉੱਤਰ ਦਿੱਤਾ, ਵਬਾਏ ਆਮ में मरना पसंद नहीं मुझे, ਭਾਵ मैं आम आदमी नहीं, इसलिए मेरे लिए आम बीमारी ਨਾਲ ਮਰਨਾ ਹੱਤਕ ਹੈ। ਨਵਾਬ ਅਨਵਰ ਦੌਲਾ ਨੂੰ ਗਲਤ ਅਫਵਾਹ ਮਿਲੀ ਕਿ ਗਾਲਿਬ ਗੁਜ਼ਰ ਗਿਆ ਹੈ। ਇਸ ਖਬਰ ਦੀ ਤਸਦੀਕ ਕਰਨ ਲਈ ਉਹਨੇ ਗਾਲਿਬ ਨੂੰ ਖਤ ਲਿਖਿਆ। ਉਸ ਦੇ ਉੱਤਰ ਵਿੱਚ ਗਾਲਿਬ ਨੇ ਲਿਖਿਆ, आपकी मिजाज पुरशी में क्यों ना कुर्बान जाऊं कि जब तक मेरा मरना ना सुना, मेरी खबर ना ली, मेरी मरग की खबर आधी सच और आधी झूठ। नवाब मीर गुलाम बाबू खान ने उन्होंने एक दावत विच शामिल होने ਲਈ ਕਿਹਾ। गालिब ने उत्तर दिता, भाई मैं बहरा हूँ, गाना क्या सुनूँ, बूढ़ा हूँ, नाच क्या देखूँ, गजा से माशे आटा, खाना क्या खाऊँ। बम्बई सूरत में अंग्रेज़ी शराबें होती हैं, अगर वहाँ आता और शरीक महफिल होता तो पी लेता। ਜ਼ਿਆਬਤੀਸ ਦੀ ਬਿਮਾਰੀ ਇਤਨੀ ਵੱਧ ਗਈ ਸੀ ਕਿ ਗਾਲਿਬ ਨੂੰ ਦਿਨ ਵਿੱਚ 20-25 ਵਾਰ ਪਿਸ਼ਾਬ ਦੀ ਹਾਜਤ ਹੁੰਦੀ ਸੀ। ਕੰਨਾਂ ਤੋਂ ਬੋਲੇ ਹੋ ਗਏ ਸਨ, ਇੱਕ ਅੱਖ ਵਿੱਚੋਂ ਰੌਸ਼ਨੀ ਵੀ ਜਾਂਦੀ ਰਹੀ ਸੀ। ਕਬਜ਼ ਦੀ ਸ਼ਿਕਾਇਤ ਬਹੁਤ ਵੱਧ ਗਈ ਸੀ ਤੇ ਕਦੀ-ਕਦੀ ਅਧਰੰਗ ਦਾ ਦੌਰਾ ਵੀ ਪੈਂਦਾ ਸੀ। ਆਪਣੀ ਉਮਰ ਦੇ ਆਖਰੀ 2 ਸਾਲ ਇਹਨਾਂ ਨੇ ਬਾਹਰ ਆਉਣ ਜਾਣ ਦਾ ਵੀ ਬਿਲਕੁਲ ਛੱਡ ਦਿੱਤਾ ਸੀ। ਦਿਨ ਰਾਤ ਪਲੰਗ 'ਤੇ ਲੇਟੇ ਰਹਿੰਦੇ ਸਨ।
ਭਾਵੇਂ ਨਜ਼ਰ ਥੋੜ੍ਹੀ ਬਹੁਤ ਆਖਰੀ ਉਮਰ ਤੱਕ ਕੰਮ ਕਰਦੀ ਰਹੀ, ਪਰ ਕੰਨੋਂ ਬਿਲਕੁਲ ਬੋਲੇ ਹੋ ਗਏ ਸਨ। ਜੇ ਕੋਈ ਮਿਲਣ ਗਿਲਣ ਵਾਲਾ ਘਰ ਜਾਂਦਾ ਤਾਂ ਉੱਠ ਕੇ ਬੈਠ ਜਾਂਦੇ ਤੇ ਫੇਰ ਲੇਟ ਜਾਂਦੇ ਸਨ। ਗੱਲਬਾਤ ਲਿਖ ਕੇ ਕਰਦੇ ਸਨ। ਪਹਿਲਾਂ ਤਾਂ ਖੱਤਾਂ ਦਾ ਜਵਾਬ ਲੇਟੇ ਲੇਟੇ ਹੀ ਲਿਖ ਦਿੰਦੇ ਸਨ, ਪਰ ਬਾਅਦ ਵਿੱਚ ਹੱਥਾਂ 'ਤੇ ਫੋੜੇ ਹੋ ਜਾਣ ਕਰਕੇ ਖੱਤ ਲਿਖਣੇ ਬੰਦ ਕਰ ਦਿੱਤੇ ਸਨ। ਕੋਈ ਮਿਲਣ ਵਾਲਾ ਆ ਜਾਂਦਾ ਤਾਂ ਉਸ ਤੋਂ ਖੱਤ ਲਿਖਵਾ ਲੈਂਦੇ। ਮੌਤ ਤੋਂ ਕੁਝ ਦਿਨ ਪਹਿਲਾਂ ਲਗਾਤਾਰ ਕਈ ਘੰਟੇ ਬੇਹੋਸ਼ ਰਹਿੰਦੇ ਸਨ। ਵਿੱਚੋਂ ਕਦੀ ਇੱਕ ਦੋ ਪਲਾਂ ਲਈ ਹੋਸ਼ ਆਉਂਦੀ ਸੀ। ਇਹਨਾਂ ਦਾ ਇੱਕ ਮਿੱਤਰ ਕਵੀ ਹਾਲੀ ਗਾਲਿਬ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਇਹਨਾਂ ਦਾ ਹਾਲ ਚਾਲ ਪੁੱਛਣ ਲਈ ਆਇਆ। ਉਸ ਸਮੇਂ ਕੁਝ ਹੋਸ਼ ਵਿੱਚ ਸਨ। ਕਹਿਣ ਲੱਗੇ, मेरा हाल मुझसे क्या पूछते हो, मेरा हाल मुझसे क्या पूछते हो, एक आध रोज़ बाद हमसायों से पूछना। अंत 15 फरवरी 1869 ਨੂੰ ਉਹ ਦਿਨ ਆ ਗਿਆ ਜਿਸ ਦਿਨ ਗਾਲਿਬ ਚਿਰਾਂ ਤੋਂ ਉਡੀਕ ਕਰਦੇ ਸਨ। ਮਰਨ ਤੋਂ ਪਹਿਲਾਂ ਉਹ ਆਪਣਾ ਇਹ ਸ਼ੇਰ ਗੁਣਗੁਣਾਉਂਦੇ ਰਹਿੰਦੇ ਸਨ, ਐ ਮਰਗੇ ਨਾਗਾਹਾਂ ਤੁਝੇ ਕਿਆ ਇੰਤਜ਼ਾਰ ਹੈ। ਗਾਲਿਬ ਨੇ ਮੌਤ ਤੋਂ ਕੁਝ ਦਿਨ ਪਹਿਲਾਂ ਖਾਣਾ ਪੀਣਾ ਵੀ ਬਿਲਕੁਲ ਬੰਦ ਕਰ ਦਿੱਤਾ ਸੀ। ਉਹਨਾਂ ਨੂੰ ਬੱਚਿਆਂ ਨਾਲ ਬੜਾ ਪਿਆਰ ਸੀ। ਉਹਨਾਂ ਦੀ ਨੂੰਹ ਬੱਗਾ ਬੇਗਮ ਲਿਖਦੀ ਹੈ ਕਿ ਮੌਤ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੂੰ ਜਦ ਥੋੜ੍ਹੀ ਜਿਹੀ ਭੁੱਖ ਲੱਗੀ ਤਾਂ ਉਹਨਾਂ ਖਾਣ ਪੀਣ ਲਈ ਕੁਝ ਮੰਗਿਆ। ਫਿਰ ਨੌਕਰ ਨੂੰ ਕਹਿਣ ਲੱਗੇ ਕਿ ਬੱਗਾ ਬੇਗਮ ਦੀ ਲੜਕੀ ਨੂੰ ਬੁਲਾ ਲਿਆਓ। ਉਹ ਉਹਨਾਂ ਪਾਸ ਹੀ ਖੇਡਦੀ ਰਹਿੰਦੀ ਸੀ। ਜਦ ਨੌਕਰ ਉਹਨੂੰ ਬੁਲਾਉਣ ਲਈ ਗਿਆ ਤਾਂ ਸੁੱਤੀ ਪਈ ਸੀ। ਬੱਗਾ ਬੇਗਮ ਨੇ ਕਿਹਾ ਕਿ ਉਹ ਉਹਦੇ ਜਾਗਦਿਆਂ ਸਾਰ ਹੀ ਉਹਨੂੰ ਭੇਜ ਦੇਵੇਗੀ। ਨੌਕਰ ਨੇ ਵਾਪਸ ਆ ਕੇ ਸੁਨੇਹਾ ਦੇ ਦਿੱਤਾ। ਇਸ 'ਤੇ ਗਾਲਿਬ ਕਹਿਣ ਲੱਗੇ, ਅੱਛਾ ਜਬ ਆਏਗੀ ਫਿਰ ਖਾਣਾ ਖਾਏਂਗੇ। ਇਸ ਪਿੱਛੋਂ ਜਿਵੇਂ ਹੀ ਉਹਨਾਂ ਨੇ ਤਕੀਏ ਨਾਲ ਢੋਹ ਲਾਇਆ ਤਾਂ ਬੇਹੋਸ਼ ਹੋ ਗਏ। ਹਕੀਮ ਬੁਲਾਏ ਗਏ ਪਰ ਵਿਅਰਥ। ਅਗਲੇ ਦਿਨ 15 ਫਰਵਰੀ 1869 ਨੂੰ ਉਹ ਦੁਪਹਿਰ ਪਿੱਛੋਂ ਗੁਜ਼ਰ ਗਏ। ਸ਼ਹਿਰ ਦੇ ਸਭ ਪਤਵੰਤੇ ਜਨਾਜ਼ੇ ਨਾਲ ਗਏ। ਦਿੱਲੀ ਦਰਵਾਜ਼ੇ ਤੋਂ ਬਾਹਰ ਜਨਾਜ਼ੇ ਦੀ ਨਮਾਜ਼ ਪੜ੍ਹੀ ਗਈ ਤੇ ਹਜ਼ਰਤ ਨਿਜ਼ਾਮੁद्दीन ਦੀ ਦਰਗਾਹ ਲਾਗੇ ਲਾਹਾਰੂ ਖਾਨਦਾਨ ਦੇ ਕਬਰਸਤਾਨ ਵਿੱਚ ਦਫਨ ਕਰ ਦਿੱਤੇ ਗਏ। ਆਦਤਾਂ ਤੇ ਰੋਜ਼ਾਨਾ ਜੀਵਨ। ਗਾਲਿਬ ਆਪਣੀ ਜਵਾਨੀ ਵਿੱਚ ਸੋਹਣੇ ਸਜੀਲੇ ਜਵਾਨ ਸਨ। ਕੱਦ ਲੰਮਾ, ਸਰੀਰ ਅਕੈਰਾ ਤੇ ਸਡੋਲ ਸੀ। ਹਮੇਸ਼ਾ ਸ਼ਾਹੀ ਠਾਠ ਵਿੱਚ ਰਹਿੰਦੇ ਸਨ। ਖੁਰਾਕ ਚੰਗੀ ਖਾਂਦੇ ਸਨ। ਉਹਨਾਂ ਦੀ ਖੁਰਾਕ ਵਿੱਚ ਇੱਕ ਵੇਲੇ ਮਾਸ ਜ਼ਰੂਰ ਹੁੰਦਾ ਸੀ। ਭਾਵੇਂ ਬੁਢਾਪੇ ਵਿੱਚ ਖੁਰਾਕ ਘਟ ਗਈ ਸੀ, ਫਿਰ ਵੀ ਹਾਲੀ ਦੇ ਕਹੇ ਮੁਤਾਬਿਕ ਉਹਨਾਂ ਦੀ ਖੁਰਾਕ ਵਿੱਚ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਸਨ। ਇੱਕ ਪਾ ਮਾਸ, ਇੱਕ ਪਿਆਲੇ ਵਿੱਚ ਮਾਸ ਦੀ ਤਰੀ ਵਿੱਚ ਡੁੱਬਿਆ ਹੋਇਆ ਫੁਲਕੇ ਦਾ ਛਿਲਕਾ, ਇੱਕ ਪਿਆਲੇ ਵਿੱਚ ਆਂਡੇ ਦੀ ਜਰਦੀ, ਇੱਕ ਪਿਆਲੇ ਵਿੱਚ ਇੱਕ ਪਾ ਭਰ ਦਹੀਂ, ਸ਼ਾਮ ਨੂੰ ਸ਼ਾਮੀ ਕਬਾਬ ਜਾਂ ਸੀਖਾਂ। ਗਾਲਿਬ ਆਪ ਦਸੰਬਰ 1866 वाले खत ਵਿੱਚ ਲਿਖਦੇ ਹਨ, सुबह 7 बादाम का शीरा कंद के शरबत के साथ, दोपहर को सेर भर गोश्त का गाढ़ा पानी, करीब शाम को 3 तले हुए कबाब, 6 घड़ी रात गए 5 रुपये भर शराब खाना साज और इसी कदर अर्क के शीर। ਇਹਨਾਂ ਦੀ ਨੂੰਹ ਬੱਗਾ ਬੇਗਮ ਦੱਸਦੀ ਹੈ ਕਿ ਗਾਲਿਬ ਨੇ ਹਦਾਇਤ ਕੀਤੀ ਹੋਈ ਸੀ ਕਿ ਹਰ ਸਬਜ਼ੀ ਵਿੱਚ ਛੋਲਿਆਂ ਦੀ ਦਾਲ ਜ਼ਰੂਰ ਪਾਈ ਜਾਏ, ਪਰ ਬੱਗਾ ਬੇਗਮ ਛੋਲਿਆਂ ਦੀ ਦਾਲ ਨੂੰ ਪਸੰਦ ਨਹੀਂ ਸੀ ਕਰਦੀ। ਇਸ ਲਈ ਇੱਕ ਵਾਰੀ ਜਦ ਉਹ ਗਾਲਿਬ ਦੇ ਘਰ ਕੁਝ ਦਿਨ ਠਹਿਰੀ ਤਾਂ ਮੁਰਾਓ ਬੇਗਮ ਨੇ ਮਾਸ ਵਿੱਚ ਛੋਲਿਆਂ ਦੀ ਦਾਲ ਨਾ ਪਾਈ। ਗਾਲਿਬ ਨੇ ਸਮਝਿਆ ਹੈ ਕਿ ਸ਼ਾਇਦ ਘਰ ਵਿੱਚ ਦਾਲ ਖਤਮ ਹੋ ਗਈ ਹੈ, ਇਸ ਲਈ ਬੇਗਮ ਸਾਹਿਬਾ ਨੂੰ ਕਹਿਣ ਲੱਗੇ, घर दाल नहीं थी तो बाज़ार से मंगवा लेनी थी। जब मुराओ बेगम ने दसिया दाल तो घर है पर इसे बहू पसंद नहीं करती तो गालिब बहुत हंसे तो कहने लगे, ओहो तो फिर बहू खुदा से भी बढ़ गई। अरे चना तो वो चीज़ है, इस पर तो अल्लाह मियाँ की भी राल टपक पड़ी थी। इस गल ते सारे घर विच खूब हासा पिया। बेचारी बग्गा बेगम बड़ी कच्ची हुई पर मुराओ बेगम ने उन्होंने समझाया, बेटी बुरा मानने की कोई बात नहीं, इनकी ज़रा हंसी मजाक करने की आदत है। मिर्ज़ा फलों विचों अंब ते अंगूरां नूं बड़ा पसंद करते सन। एक बार जद नवाब अलाउद्दीन अहमद खान ने इन्हां नूं लोहार आने लई कहा तो गालिब ने हासे हासे विच उत्तर दिता, मैं अंधा हूँ कि इस मौसम में दिल्ली छोड़कर लोहार जाऊँ। उस वीराने में ना आम ना अंगूर ना कोई और लुत्फ, ना जनाब मैं आज कल नहीं आ सकता। शराब के संबंध विच कोई उज़र करना पेश करना फजूल है। ये इल्लत जवानी तो ही गालिब नूं लग गई सी। अपनी इस कमज़ोरी नूं समझदे होए वो लिखते हैं, गालिब तुझे वली समझते जो ना बादखार होता। भाव गालिब जे तेनू शराब पीन की भैड़ी आदत ना हुंदी तां लोग तेनू जरूर कोई वली जां अवतार समझदे। आरिफ दा भतीजा लिखदा है, शराब पीन विच इन्हां दा दस्तूर ये सी कि ये नौकर दा कल्लू दरोगा गिलास धो के अध पा शराब पा दिंदा सी ते गिलास ढक के गालिब पास रख दिंदा सी। जद शाम की अज़ा हुंदी सी तां पीना शुरू करदे सन। एक प्लेट विच घ्यो विच तले होए नमकीन बदाम हुंदे सन। शराब दा एक घुट पी लैंदे सन ते नाल नाल गज़ल लिखते जांदे सन, शेर लिखते सन, कटते सन, फिर लिखते सन ते कटते सन। पर गालिब हमेशा अंग्रेजी शराब पींदे सन। कटिया शराब कदी नहीं सन मूँह नूं लांदे। जवानी विच तां जिन्नी चाहे जदों जी करे पी लैंदे सन, पर बुढ़ापे विच ख्वाजा हाली लिखते हैं कि शराब सौण वेले पींदे सन ते खास मिकदार विच। जिस बक्स विच बोतलां रहिंदियां सन
ਉਸ ਦੀ ਚਾਬੀ ਕੱਲੂ ਦਰੋਗੇ ਦੇ ਹਵਾਲੇ ਹੁੰਦੀ ਸੀ ਤੇ ਉਹਨੂੰ ਸਖਤ ਹਦਾਇਤ ਸੀ ਕਿ ਜੇ ਕਿਤੇ ਮੌਜ ਵਿੱਚ ਬੈਠੇ ਜ਼ਿਆਦਾ ਵੀ ਮੰਗ ਲੈਣ ਤਾਂ ਚਾਬੀ ਨਾ ਦਿੱਤੀ ਜਾਏ। ਮਕਾਨ ਸਦਾ ਖੁੱਲ੍ਹਾ ਲੈਂਦੇ ਸਨ, ਜਿਸ ਵਿੱਚ ਜ਼ਨਾਨਖਾਨਾ ਅਲੱਗ ਹੋਵੇ। ਠਾਠ ਹਮੇਸ਼ਾ ਅਮੀਰਾਂ ਵਾਲਾ ਰੱਖਦੇ ਸਨ। 4-5 ਨੌਕਰ ਹਮੇਸ਼ਾ ਹਜ਼ੂਰੀ ਵਿੱਚ ਰਹਿੰਦੇ ਸਨ। ਨੌਕਰਾਂ ਨੂੰ ਵੀ ਸਫ਼ਰ 'ਤੇ ਹੀ ਨਾਲ ਲੈ ਜਾਂਦੇ ਸਨ। ਇਹਨਾਂ ਨੂੰ ਜਾਨਵਰ ਪਾਲਣ ਦਾ ਵੀ ਬੜਾ ਸ਼ੌਂਕ ਸੀ। ਬਾਹਰ ਸਵਾਰੀ ਲਈ ਘੋੜੇ ਹੁੰਦੇ ਸਨ। ਘਰ ਬਿੱਲੀ, ਮੋਰ, ਕਬੂਤਰ, ਬਟੇਰੇ, ਭੇਡ ਅਤੇ ਬੱਕਰੀ ਆਦਿ ਰੱਖਦੇ ਸਨ। ਗਾਲਿਬ ਦੇ ਲਿਖੇ ਖੱਤ ਆਪਣੇ ਆਪ ਵਿੱਚ ਉਰਦੂ ਸਾਹਿਤ ਵਿੱਚ ਇੱਕ ਉੱਚਾ ਸਥਾਨ ਰੱਖਦੇ ਹਨ। ਇਹਨਾਂ ਦੇ ਖੱਤਾਂ ਵਿੱਚ ਖਾਸੀਅਤ ਇਹ ਹੈ ਕਿ ਇਹਨਾਂ ਦਾ ਗੱਲ ਨੂੰ ਕਹਿਣ ਦਾ ਢੰਗ ਨਿਰਾਲਾ ਹੈ। ਇੰਝ ਲੱਗਦਾ ਹੈ ਕਿ ਕੋਈ ਸਾਹਮਣੇ ਬੈਠਾ ਹੈ ਤੇ ਗਾਲਿਬ ਉਸ ਨਾਲ ਗੱਪਾਂ ਮਾਰ ਰਹੇ ਹਨ। ਖੱਤ ਲਿਖਣ ਲਈ ਗਾਲਿਬ ਕਦੀ ਕੋਤਾਹੀ ਨਹੀਂ ਸਨ ਕਰਦੇ। ਕਿਤੋਂ ਵੀ ਇਹਨਾਂ ਨੂੰ ਖੱਤ ਆ ਜਾਂਦਾ ਉਹਦਾ ਜਵਾਬ ਜ਼ਰੂਰ ਲਿਖਦੇ ਸਨ। ਗੱਦਰ ਦੇ ਜ਼ਮਾਨੇ ਵਿੱਚ ਜਦ ਇਹਨਾਂ ਨੂੰ ਘਰੋਂ ਬਾਹਰ ਨਿਕਲਣਾ ਨਹੀਂ ਸੀ ਮਿਲਦਾ, ਇਹ ਬਹੁਤਾ ਸਮਾਂ ਆਪਣੇ ਦੋਸਤਾਂ ਨੂੰ ਖੱਤ ਲਿਖਣ ਵਿੱਚ ਹੀ ਬਿਤਾਉਂਦੇ ਸਨ। ਲਿਖਦੇ ਹਨ, मैं इस तन्हाई में सिर्फ खतों के भरोसे जीता हूँ, यानी जिसका खत आया मैंने जाना कि वो शख्स तशरीफ़ लाया। खुदा का एहसान है कि कोई दिन ऐसा नहीं होता कि 2-4 खत ना आ रहते हों, बल्कि ऐसा भी होता है कि 2-2 बार डाक का हरकारा खत लाता है। 1-2 सुबह को, 1-2 शाम को। मेरी दिल लगी हो जाती है। दिन इनके पढ़ने और जवाब लिखने में गुजर जाता है। ਇਹਨਾਂ ਦੇ ਸਭ ਖੱਤ ਇਸ ਪੁਸਤਕ ਦੇ ਰੂਪ ਵਿੱਚ ਛਪ ਚੁੱਕੇ ਹਨ। ਭਾਵੇਂ ਇਹਨਾਂ ਨੂੰ ਲਿਖਿਆਂ 100 ਸਾਲ ਤੋਂ ਵੱਧ ਹੋ ਗਏ ਹਨ, ਪਰ ਅੱਜ ਵੀ ਇਹਨਾਂ ਵਿੱਚ ਪਹਿਲੇ ਦਿਨ ਵਰਗੀ ਹੀ ਤਾਜ਼ਗੀ ਹੈ। ਇੰਝ ਲੱਗਦਾ ਹੈ ਕਿ ਪੜ੍ਹਨ ਵਾਲਾ ਇਹਨਾਂ ਨਾਲ ਬੈਠਾ ਗੱਲਾਂ ਕਰ ਰਿਹਾ ਹੈ। ਗਾਲਿਬ ਖੱਤਾਂ ਦੇ ਲਿਫਾਫੇ ਆਪਣੇ ਹੱਥਾਂ ਨਾਲ ਬਣਾਉਂਦੇ ਹੁੰਦੇ ਸਨ ਤੇ ਖੱਤ ਅਕਸਰ ਬੇਰੰਗ ਭੇਜਦੇ ਸਨ। ਉਹ ਸਮਝਦੇ ਸਨ ਕਿ ਟਿਕਟ ਲਾਉਣ ਨਾਲ ਖੱਤ ਇੱਧਰ ਉੱਧਰ ਹੋ ਜਾਂਦਾ ਹੈ, ਪਰ ਡਾਕ ਵਾਲੇ ਬੇਰੰਗ ਖੱਤ ਨੂੰ ਜਲਦੀ ਪਹੁੰਚਾਉਂਦੇ ਹਨ। ਆਪ ਵੀ ਖੱਤ ਬੇਰੰਗ ਹੀ ਲਿਖਦੇ ਸਨ ਤੇ ਆਪਣੇ ਦੋਸਤਾਂ ਨੂੰ ਵੀ ਇਹੀ ਸਲਾਹ ਦਿੰਦੇ ਸਨ ਕਿ ਇੱਕ ਮਿੱਤਰ ਨੂੰ ਲਿਖਦੇ ਹਨ, एक कायदा आपको बताता हूँ, अगर इसको मंजूर कीजिएगा तो खतूत ना पहुँचने का एहतमाम उठ जाएगा और रजिस्ट्री का दर्द सिर जाता रहेगा। आधा आना सही, एक आना सही। आप भी खत बेरंग भेजा कीजिए और मैं भी बेरंग भेजा करूँगा। ਜੋ ਕਵਿਤਾ ਗਾਲਿਬ ਲਿਖਦੇ ਸਨ, ਇਸ ਵਿੱਚ ਬਾਕੀ ਕਵੀਆਂ ਦੀ ਕਵਿਤਾ ਵਾਂਗ ਤੁਕਬੰਦੀ ਬਿਲਕੁਲ ਨਹੀਂ ਸੀ ਹੁੰਦੀ। ਇਹ ਜਜ਼ਬਿਆਂ ਤੋਂ ਉਤਪੰਨ ਹੁੰਦੀ ਸੀ, ਇਸ ਲਈ ਸਿੱਧੀ ਪੜ੍ਹਨ ਵਾਲੇ ਦੇ ਮਨ 'ਤੇ ਅਸਰ ਕਰਦੀ ਸੀ। ਉਹ ਲਿਖਦੇ ਹਨ, जब तक दहाने ज़ख्म का पैदा न करे कोई, मुश्किल की तुझसे राह सुखनवा कैसे करे कोई। मौलाना हाली लिखते हैं कि फ़िक्री शेर का ये तरीका था कि अगर रात को आलू खामोशी में फ़िक्र किया करते थे और अगर कोई शेर सर अंजाम हो जाता तो कमर बंद में एक निगरान लगा लेते थे। इस तरह 8-8-10 गिरा लगा कर वो रहते थे और दूसरे दिन सिर्फ याद पर सोच सोच कर आप शेर कलमबंद कर लेते थे। ਉਹ ਮੁਸ਼ਾਇਰਿਆਂ ਵਿੱਚ ਵੀ ਹਿੱਸਾ ਲੈਂਦੇ ਸਨ। ਇਹ ਉੱਚੀ, ਸੁਰੀਲੀ ਅਤੇ ਅਸਰ ਭਰੀ ਆਵਾਜ਼ ਵਿੱਚ ਸ਼ੇਰ ਪੜ੍ਹਦੇ ਸਨ। ਇੱਕ ਵਾਰ ਇਹਨਾਂ ਨੇ ਬਾਦਸ਼ਾਹ ਬਹਾਦਰ ਸ਼ਾਹ ਸਾਹਮਣੇ ਦਰਬਾਰ ਵਿੱਚ ਕਸੀਦਾ ਪੜ੍ਹਿਆ ਤਾਂ ਬਾਦਸ਼ਾਹ ਨੇ ਇਹਨਾਂ ਦੇ ਪੜ੍ਹਨ ਦੀ ਤਾਰੀਫ ਕੀਤੀ ਤੇ ਕਿਹਾ, ਮਿਰਜ਼ਾ ਤੁਮ ਪੜ੍ਹਤੇ ਖੂਬ ਹੋ। ਦਰਬਾਰ ਵਿੱਚ ਕਵੀ ਜ਼ੌਕ ਦੇ ਤਰਫਦਾਰ ਬੜੇ ਸਨ। ਜ਼ੌਕ ਸਮੇਤ ਉਹ ਸਭ ਗਾਲਿਬ ਦੇ ਕਲਾਮ 'ਤੇ ਇਤਰਾਜ਼ ਕਰਦੇ ਰਹਿੰਦੇ ਸਨ ਤੇ ਤਾਨੇ ਮੇਨੇ ਦਿੰਦੇ ਰਹਿੰਦੇ ਸਨ। ਗਾਲਿਬ ਦਾ ਇਸ ਦਾ ਇਸ਼ਾਰਾ ਆਪਣੀ ਕਵਿਤਾ ਵਿੱਚ ਕਰਦੇ ਹੋਏ ਲਿਖਦੇ ਹਨ, हर एक बात पे कहते हो कि तू क्या है, हर एक बात पे कहते हो कि तू क्या है, तुम ही बताओ कि ये अंदाज़े गुफ्तगू क्या है। ਗਾਲਿਬ ਨੂੰ ਬਦਨਾਮ ਕਰਨ ਲਈ ਉਹਨਾਂ ਦੇ ਵਿਰੋਧੀ ਕਹਿੰਦੇ ਸਨ ਕਿ ਉਹਨਾਂ ਦੇ ਸ਼ੇਰ ਊਂਟ ਪਟਾਂਗ ਅਤੇ ਬੇਮੈਨੀ ਹੁੰਦੇ ਹਨ। ਉੱਤਰ ਵਿੱਚ ਗਾਲਿਬ ਕਹਿੰਦੇ ਹਨ, यार आप वो ना समझे हैं ना समझेंगे मेरी बात, दे और दिल उठ उनको जो ना दे मुझको ज़बां और। पर अपने आप ਨੂੰ ਤਸਕੀਨ ਦੇਣ ਲਈ ਲਿਖਦੇ ਹਨ, गालिब बुरा ना मान जो वाज बुरा कहे, गालिब बुरा ना मान जो वाज बुरा कहे। ऐसा भी है कि सब अच्छे भरे कहें जिसे। ਕਈ ਵਾਰ ਤਾਂ ਆਪਣੇ ਵਿਰੋਧੀਆਂ ਤੋਂ ਸਲੂਕ ਤੋਂ ਇੰਨਾ ਤੰਗ ਆ ਜਾਂਦੇ ਸਨ ਕਿ ਦੁਨੀਆ ਤੋਂ ਬੇਜ਼ਾਰ ਹੋ ਕੇ ਕਹਿੰਦੇ ਸਨ, ਰਹੀਏ ਐਸੀ ਜਗ੍ਹਾ ਚੱਲ ਕਰ ਜਹਾਂ ਕੋਈ ਨਾ ਹੋ, रहिए ऐसी जगह चलकर जहाँ कोई ना हो, हम सुखन कोई ना हो और हम ज़बां कोई ना हो। बेदरो दीवार का एक घर बनाया चाहिए, कोई हमसाया ना हो और पास में कोई ना हो। पर ਗਾਲਿਬ ਨੂੰ ਆਪਣੀ ਸ਼ਾਇਰੀ 'ਤੇ ਬੜਾ ਮਾਣ ਸੀ। ਇੱਕ ਵਾਰ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਅੱਜ ਦੇ ਮੁਸ਼ਾਇਰੇ ਵਿੱਚ ਗਾਲਿਬ ਦੇ ਵਿਰੋਧੀ ਉਹਨਾਂ ਨੂੰ ਹੇਠੀ ਵਿਖਾਉਣ 'ਤੇ ਤੁਲੇ ਹੋਏ ਹਨ। ਗਾਲਿਬ ਨੇ ਮੁਸ਼ਾਇਰੇ ਵਿੱਚ ਜਾ ਪੜਿਆ, ਕੁਛ तो पढ़िए कि लोग कहते हैं, कुछ तो पढ़िए कि लोग कहते हैं, आज गालिब गज़ल सराहना हुआ। थी खबर गरम की गालिब के उड़ेंगे पुरजे, थी खबर गरम की गालिब के उड़ेंगे पुरजे, देखने हम भी गए पर ये तमाशा ना हुआ। एक होर थां लिखते हैं, देखियो गालिब से घर उलझा कोई, देखियो गालिब से घर उलझा कोई, है वली पोशीदा और काफर खुला।
ਬਾਦਸ਼ਾਹ ਬਹਾਦਰ ਸ਼ਾਹ ਦੇ ਲੜਕੇ ਦੇ ਵਿਆਹ ਤੇ ਜ਼ੌਕ ਨੇ ਇੱਕ ਸਿਹਰਾ ਲਿਖਿਆ ਜਿਸ ਵਿੱਚ ਉਹਨੇ ਗਾਲਿਬ ਤੇ ਚੋਟ ਲਈ। ਉਹਨੇ ਕਿਹਾ, जिसको दावा हो सुखन का ये सुना दो उसको, जिसको दावा हो सुखन का ये सुना दो उसको, देख इस तरह से कहते हैं सुखनवर सेरा। गालिब ने उस वेले मूँह ਜ਼ਬਾਨੀ ਇੱਕ ਸਿਹਰਾ ਲਿਖਿਆ ਜਿਸ ਦੇ ਆਖਰੀ ਸ਼ੇਰ ਵਿੱਚ ਉਹਨੇ ਜ਼ੌਕ ਦੀ ਵੰਗਾਰ ਦਾ ਉੱਤਰ ਦਿੱਤਾ। हम सुखन फहम है गालिब के तरफदार नहीं, हम सुखन फहम है गालिब के तरफदार नहीं, देखे कहते हैं कोई सेरे से बढ़कर सेरा। ਜ਼ੌਕ ਰਾਜ ਕਵੀ ਸੀ। ਬਾਦਸ਼ਾਹ ਨੇ ਯੌਕ ਨੂੰ ਗਾਲਿਬ ਵੱਲੋਂ ਇਸ ਵੰਗਾਰ ਨੂੰ ਬੁਰਾ ਮਨਾਇਆ। ਗਾਲਿਬ ਕਿਸੇ ਦਾ ਦਿਲ ਦੁਖਾ ਕੇ ਰਾਜੀ ਨਹੀਂ ਸੀ, ਖਾਸ ਕਰਕੇ ਬਾਦਸ਼ਾਹ ਦਾ ਜਿਸ ਤੋਂ ਉਸ ਨੂੰ ਵਜ਼ੀਫਾ ਮਿਲਦਾ ਸੀ। ਇਸ ਲਈ ਬਾਦਸ਼ਾਹ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਉਹਨਾਂ ਨੂੰ ਲਿਖਣਾ ਪਿਆ। उस्ताद शाह से हो मुझे पुरखास का ख्याल, उस्ताद शाह से हो मुझे पुरखास का ख्याल, ये ताब ये मजाल ये ताकत नहीं मुझे, रुए सुखन किसी की तरफ है तो रुए स्याह, सौदा नहीं जानू नहीं वहशत नहीं मुझे। किस्मत बुरी सही पे तबीयत नहीं बुरी, है शुक्र की जगह की शिकायत नहीं मुझे, सादक हूँ अपने कौल में गालिब खुदा गवाह, कहता हूँ सच की झूठ की आदत नहीं मुझे। ਇਹ ਉਸਦੀ ਨਿਮਰਤਾ ਸੀ, ਪਰ ਉਸਨੂੰ ਪਤਾ ਸੀ ਕਿ ਉਹਦੇ ਮਿੱਤਰ ਉਹਦੀ ਸ਼ਾਇਰੀ ਦੀ ਕਦਰ ਕਰਦੇ ਹਨ। ਦੁਨੀਆ ਵਿੱਚ ਜੇ ਕਿਸੇ ਕਵੀ ਜਾਂ ਕਲਾਕਾਰ ਦਾ ਇੱਕ ਵੀ ਕਦਰਦਾਨ ਹੋਵੇ ਤਾਂ ਉਹ ਸਮਝਦਾ ਹੈ ਕਿ ਉਹਨੂੰ ਕਿਸੇ ਗੱਲ ਦੀ ਥੁੜ ਨਹੀਂ। ਗਾਲਿਬ ਲਿਖਦੇ ਹਨ, ਕਿਆ ਬਿਆਹ ਕਰ ਕੇ ਰੋਏਂਗੇ ਯਾਰ, ਮਗਰ ਅਸ਼ਫੁਲਤਾ ਬਿਆਨੀ ਮੇਰੀ। ਗਾਲਿਬ ਨਾ ਕੇਵਲ ਇੱਕ ਮਹਾਨ ਕਵੀ ਸਨ ਬਲਕਿ ਰੱਬ ਨੂੰ ਪਹੁੰਚੇ ਹੋਏ ਬੰਦੇ ਸਨ। ਸੱਚਮੁੱਚ ਉਹ ਇੱਕ ਔਲੀਆ ਸਨ। ਇੱਕ ਥਾਂ ਪਰਮਾਤਮਾ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ, ਹਰ ਚੰਦ हर एक शय में तू है पर तुझसी कोई शय नहीं है। एक थां होर लिखते हैं, कतर में दजला दिखाई न दे और जुज़ में कुल, खेल लड़कों का हुआ दीदाए बीना ना हुआ। इसलिए वो सिट्टा करते हैं बजाए कि हर एक नूं खुश किया जाए, क्यों ना परमात्मा की ही बंदगी करके उसनूं खुश कर लिया जाए, क्योंकि परमात्मा के खुश होने नाल लोग जो उसते बनाए हुए हैं आपे ही खुश हो जाएंगे। लिखते हैं, सबके दिल में है जगह तेरी, जो तू राज़ी हुआ मुझ पे गोया एक ज़माना मेहरबान हो जाएगा। पर वो ये भी कहते हैं कि दुनिया के झमेले इतने ज़्यादा होंगे हैं कि परमात्मा वाल एक पल भी ध्यान लाना अति कठिन हो जाता है। लिखते हैं, आलम गवारे वहशत मजनू है सर बसर, कब तक ख्याले तुरा ए लैला करे कोई। मनुख सीधे रस्ते ते तुरिया जाए तो मनुख बन जाता है, पर सीधे रस्ते ते तुरना बड़ा मुश्किल है। हिरस ਅਤੇ ਕਾਮਨਾਵਾਂ ਮਨੁੱਖ ਨੂੰ ਗਲਤ ਰਸਤੇ ਤੇ ਲੈ ਜਾਂਦੀਆਂ ਹਨ। ਲਿਖਦੇ ਹਨ, बस की दुश्वार है हर काम का आसा होना, आदमी को भी मुय्यर नहीं है इंसान होना। फिर लिखते हैं कि मनुख अपनी होंद ਨੂੰ ਨਾ ਸਮਝਦਾ ਹੋਇਆ ਹੈਂਕੜ ਵਿੱਚ ਆ ਕੇ ਰੱਬ ਨਾਲ ਮੁਕਾਬਲਾ ਕਰਨ ਲੱਗ ਪੈਂਦਾ ਹੈ। ਲਿਖਦੇ ਹਨ, तुम बुत हो फिर तुम्हें पिंदार खुदाई क्यों है, तुम खुदावंद ही कहलाओ खुदा और सही। गालिब इतने नरम दिल ਤੇ ਨੇਕ ਸੁਭਾਅ ਸਨ ਕਿ ਉਹ ਕਿਸੇ ਦਾ ਦਿਲ ਦੁਖਾ ਕੇ ਰਾਜ਼ੀ ਨਹੀਂ ਸਨ। ਉਹਨਾਂ ਦੇ ਜੀਵਨ ਦੀ ਇੱਕ ਨਿੱਕੀ ਜਿਹੀ ਘਟਨਾ ਇਸ ਗੱਲ ਦੀ ਤਸਦੀਕ ਕਰਦੀ ਹੈ। ਇੱਕ ਵਾਰੀ ਮਿਰਜ਼ਾ ਰਜਬ ਅਲੀ ਬੇਗ, ਜਿਨ੍ਹਾਂ ਨੇ ਜਸ਼ਾਨੇ ਅਜਾਇਬ ਨਾਂ ਦੀ ਇੱਕ ਕਹਾਣੀਆਂ ਦੀ ਕਿਤਾਬ ਲਿਖੀ ਸੀ, ਗਾਲਿਬ ਨੂੰ ਮਿਲਣ ਆਏ। ਗੱਲਾਂ ਬਾਤਾਂ ਕਰਦਿਆਂ ਉਹਨਾਂ ਪੁੱਛਿਆ, ਮਿਰਜ਼ਾ ਗਾਲਿਬ ਉਰਦੂ ਬੋਲੀ किस किताब की उम्दा है। गालिब ने उत्तर दिता, चार दरवेश नाम की किताब की। इस ते रजब अली ने पूछा, और फसाना अजायब की बोली कैसी है। गालिब ने एकदम उत्तर दिता, इसमें लुत्फ़े ज़ुबां कहाँ, एक तुकबंदी और भटियार खाना जमा है। गालिब ਨੂੰ ਇਹ ਪਤਾ ਨਹੀਂ ਸੀ ਕਿ ਇਸ ਕਿਤਾਬ ਦੇ ਲਿਖਣ ਵਾਲਾ ਰਜਬ ਅਲੀ ਆਪ ਹੀ ਹੈ। ਜਦ ਰਜਬ ਅਲੀ ਚਲੇ ਗਏ ਤਾਂ ਕਿਸੇ ਨੇ ਉਹਨਾਂ ਨੂੰ ਅਸਲੀਅਤ ਦੱਸ ਦਿੱਤੀ। ਇਸ 'ਤੇ ਗਾਲਿਬ ਨੂੰ ਬਹੁਤ ਅਫਸੋਸ ਹੋਇਆ ਅਤੇ ਕਹਿਣ ਲੱਗੇ, ਜ਼ਾਲਮੋ ਪਹਿਲੇ ਕਿਉਂ ਨਾ ਕਹਾ। ਦੂਜੇ ਦਿਨ ਗਾਲਿਬ ਸਿੱਧੇ ਰਜਬ ਅਲੀ ਦੇ ਘਰ ਗਏ। ਹਾਲ ਚਾਲ ਪੁੱਛਣ ਪਿੱਛੋਂ गालिब ने उसे किताब की बोली का जिक्र छेड़ा तो कहन लगे, रात मैंने फसाने अजायब को बगैर देखा तो इसकी खूबियाँ इबारत और रंगीनी का क्या बयां करूँ। नहायत फसीह और बलीस इबारत है। मेरे क्यास में तो ना पहले ऐसी नशर हुई है ना आगे होगी। इस किस्म ਦੀਆਂ कई होर गल्लां कीतियां ते तारीफ करके रजब अली ਨੂੰ बड़ा प्रभावित किया। दूजे दिन गालिब ने उन्हें अपने घर रोटी की तो उत्थे भी ਉਹਦੀ तारीफ के पुल बन दिते। इनसानीयत विच उन्हां विच कुट-कुट के भरी हुई सी। ਉਹ ਦੂਜਿਆਂ ਦੇ ਘਾਟੇ ਵਾਧੇ ਇੱਕਦਮ ਮੁਆਫ ਕਰ ਦਿੰਦੇ ਸਨ। ਕਹਿੰਦੇ ਹਨ, ਨਾ ਸੁਨੋ ਗਰ ਬੁਰਾ ਕਹੇ ਕੋਈ, ਨਾ ਸੁਨੋ ਗਰ ਬੁਰਾ ਕਹੇ ਕੋਈ, ਨਾ ਕਹੋ ਗਰ ਬੁਰਾ ਕਰੇ ਕੋਈ, ਰੋਕ ਲੋ ਗਰ ਗਲਤ ਚਲੇ ਕੋਈ, ਬਖਸ਼ ਦੋ ਗਰ ਖਤਾ ਕਰੇ ਕੋਈ। ਮਿਰਜ਼ਾ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਸ਼ਾਗਿਰਦਾਂ ਨਾਲ ਬੜਾ ਪਿਆਰ ਕਰਦੇ ਸਨ। ਬੱਚਿਆਂ ਨੂੰ ਰੱਬ ਦਾ ਰੂਪ ਸਮਝਦੇ ਸਨ ਅਤੇ ਕਿਸੇ ਦੇ ਕੀਤੇ ਅਹਿਸਾਨ ਨੂੰ ਕਦੇ ਨਹੀਂ ਸਨ ਭੁਲਾਉਂਦੇ।
ਗਾਲਿਬ ਦੀ ਮੌਤ ਨਾਲ ਉਰਦੂ ਸਾਹਿਤ ਨੂੰ ਜੋ ਘਾਟਾ ਪਿਆ ਉਹ ਬਿਆਨ ਤੋਂ ਬਾਹਰ ਹੈ, ਪਰ ਸਭ ਤੋਂ ਜ਼ਿਆਦਾ ਧੱਕਾ ਉਹਨਾਂ ਦੀ ਬੇਗਮ ਨੂੰ ਲੱਗਾ, ਜਿਸ ਦਾ ਭਾਵੇਂ ਉਹਨਾਂ ਦੀ ਵਡਿਆਈ ਅਤੇ ਪ੍ਰਸਿੱਧਤਾ ਵਿੱਚ ਕੋਈ ਹਿੱਸਾ ਨਹੀਂ, ਪਰ ਉਹ ਉਹਨਾਂ ਦੇ ਦੁੱਖਾਂ ਸੁੱਖਾਂ ਦੀ ਬਰਾਬਰ ਦੀ ਸ਼ਰੀਕ ਸੀ। ਮਿਰਜ਼ਾ ਗਾਲਿਬ ਆਪਣੀ ਮੌਤ ਵੇਲੇ ਪਿੱਛੇ ਵਿਰਸੇ ਵਿੱਚ ਕੁਝ ਛੱਡ ਜਾਣ ਦੀ ਥਾਂ ਬੇਗਮ ਦੇ ਸਿਰ 800 ਰੁਪਏ ਦਾ ਕਰਜ਼ਾ ਛੱਡ ਗਏ ਸਨ। ਉਸ ਤੋਂ ਇਲਾਵਾ ਉਹਨਾਂ ਦੀ ਪੈਨਸ਼ਨ ਅਤੇ ਆਮਦਨੀ ਦੇ ਹੋਰ ਸਾਧਨ ਉਹਨਾਂ ਦੀ ਮੌਤ ਦੇ ਨਾਲ ਹੀ ਖਤਮ ਹੋ ਗਏ। ਇਸ ਲਈ ਬੇਗਮ ਦੀ ਹਾਲਤ ਮਿਰਜ਼ਾ ਦੀ ਮੌਤ ਤੋਂ ਪਿੱਛੋਂ ਹੋਈ ਉਹਦਾ ਥੋੜ੍ਹਾ ਅੰਦਾਜ਼ਾ ਉਸ ਖਤ ਤੋਂ ਲੱਗ ਸਕਦਾ ਹੈ ਜੋ ਉਹਨਾਂ ਨੇ ਨਵਾਬ ਕਲਬ ਅਲੀ ਖਾਨ ਨੂੰ ਲਿਖਿਆ। जनाब अली, जिस रोज़ से मिर्ज़ा असदुल्ला खां से ने वफ़ात पाई है, ये आजिज़ बेवहा इस कदर मुसाइब में गिरफ़्तार है कि तहरीर से बाहर है। अव्वल तो ये है कि मिर्ज़ा साहब मरहूम 800 रुपये के कर्जदार रहे। दूसरी मुसीबत ये कि पेंशन अंग्रेज़ी मसदूद हुई। तीसरी ये कि तनख्वाह से रुपया माहवार जो आप हज़ारा करदरानी के मिर्ज़ा मरहूम को हर साल फरमाते थे वो भी यकलख्त मौकूफ़ हुई। अब तक कर्ज लेकर औकात बसर की, अब कर्ज भी नहीं मिलता। नौबत फाका कशी की पहुंची। बेगम ने अपने पति नाल मजहब के मामले के भेद सन। इस मुसीबत विच भी उन्होंने वड्डा फिक्र यह सी कि मिर्ज़ा का कर्जा ला दिता जाए तां जो उसकी आत्मा नूं अजाब ना मिले। इसे खत विच अगे चल के लिखदी है, अब दुआगो कि ये तमन्ना है कि परवरिश मुझ जाइफा की हो है कि मिर्ज़ा मरहूम हक़ाबाद से बरी हो जाए, क्योंकि ये सख्त अजाब है। अगर हजूर सुरत अजाए कर्ज फरमाए तो कमाल सवाब अजीम होगा। बेगम साहबा ने सरकार अंग्रेज़ी नूं अर्जी भी लिखी कि मिर्ज़ा की पेंशन का कम अज़ कम कुछ हिस्सा ही उन्होंने दिता जाए, पर उन्होंने अर्जी रद्द कर दी गई तो कहा गया कि बेगम नूं केवल 10 रुपये माहवार पेंशन ही मिल सकती है। वो भी इस सूरत विच वो आप कचहरी विच हाज़र होए। बेगम साहबा ने ना ही ये रकम लैनी मंजूर की, ना ही कचहरी विच जाना मन्निया। उन्होंने नवाब रामपुर नूं लिखिया, और पेंशन मेरी 10 रुपया अंग्रेज़ करता है, बशर्ते कि कचहरी में हाज़र हूँ, और जाना मेरा कचहरी में हरगिज़ ना होगा, गो फाको ही मर जाऊँ। क्या मैं अपने बाप और बच्चा चचा शौर का नाम रोशन करूँ, और जो इज़्ज़त और रियासत मेरे चचा की और हुर्मत वलीद और शौर की आगे खास व आम के थी, हजूर पर सब रोशन है। कहते हैं कि गालिब की मौत पिछों नवाब ने गालिब का कर्जा चुकाने लिए 600 रुपये भेज दिते। इस तो इलावा आरिफ के लड़के हुसैन अली खान ने नवाब 25 रुपये माहवार की पेंशन ला दी। मिर्ज़ा के कुछ मित्रों ने भी मायक सहायता दी, जिस नाल कि बेगम का जीवन कुछ सौखा हो गया। रियासत लोहारू वालों भी बेगम लिए पेंशन मुकर्रर हो गई, पर वह बहुत चिर उस तो लाभ ना उठा सकी, क्योंकि मिर्ज़ा की मौत के ऐन 1 साल पिछों तो उन्होंने बरसी वाले दिन ही वो चल बसी, तो उन्होंने भी गालिब के मकबरे के लागे ही दफन कर दिता गया। मिर्ज़ा गालिब दीयां रचनावां। मिर्ज़ा गालिब दीयां कुछ रचनावां फारसी जुबान विच हन ते कुछ उर्दू विच। हेठ लिखियां रचनावां फारसी विच हन। पंज आहंग ये पुस्तक 5 भागां विच है। 5वां भाग ज़्यादा प्रसिद्ध है। इस विच फारसी के खत हैं जो गालिब ने अपने मित्रों को लिखे। मेहरे नमरोज़ ए तैमूर खानदान का इतिहास है जो बादशाह ने गालिब तो लिखवाया सी। दसनगू इस विच गालिब ने गदर दे शुरू होने तो अंत तक वो सारा हाल लिखिया है जो उन्हें अखी ना वेख्या जां सुनिया। काता बुरहान ए फारसी की लुगात है। कलियात नज़मे फारसी इस विच गालिब की फारसी कविता के 6694 शेर हैं। शब्दे चीन इस विच कलियात नज़मे फारसी विचों कुछ शेर चुन के अलग छापे गए सन। दुआए सबा इस विच कुछ अरबी कवितावां दा फारसी बोली विच अनुवाद किया गया है। मतफरकात ए गालिब इस विच कुछ फारसी कवितावां दे खत हैं। मुआसरे गालिब इस विच गालिब दे 32 खत हैं। गालिब दीयां हेठ लिखियां रचनावां उर्दू जुबान विच हन। दीवाने उर्दू इस पुस्तक विच गालिब दीयां उर्दू दीयां सब कवितावां शामिल हैं। उफदे हिंदी इस विच गालिब दे उर्दू विच लिखे 137 खत अते उन्हां दे मजमून हैं जो रिसालियां विच छपदे रहे। उर्दू ए मुआली इस विच मिर्ज़ा दे वो सब खत हैं जो उन्हां दे दोस्तां कोलों इकट्ठे करके छापे गए सन। मुकातीब ए गालिब इस विच नवाब रामपुर नूं मिर्ज़ा वालों लिखे गए सब खत मौजूद हैं। नादराते गालिब इस विच वो खत शामिल हैं जो गालिब ने मुंशी नबी बख्श हकीर अकबराबादी ने लिखे। गालिब की नादर तहरीरें इस विच वो सब खत अते लेख इकट्ठे करके छापे गए हैं जो उर्दू के रसालियां विच छप चुके हैं। गालिब सच लिखते हैं, चंद तस्वीरें बुता चंद हसीनों के खतूत, बाद मरने के मेरे घर से ये सामान निकला। गालिब वर्गे फ़क्र कमियां दी जायदाद
ਕੇਵਲ ਯਾਰਾਂ ਦੋਸਤਾਂ ਦੇ ਖਤ ਪੱਤਰ ਤੇ ਉਹ ਲਿਖਤਾਂ ਹੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਉਹ ਯਾਰਾਂ ਦੋਸਤਾਂ ਦੀਆਂ ਯਾਦਾਂ ਅੰਕਿਤ ਹੁੰਦੀਆਂ ਹਨ। ਸ਼ੁਭ ਇਛਾਵਾਂ ਸਹਿਤ ਧੰਨਵਾਦ। ਹਰਜੀਤ ਪੰਮਰਾ। ਅੱਜ ਤੁਸੀਂ ਮੇਰੇ ਨਾਲ ਮਿਰਜ਼ਾ ਗਾਲਿਬ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ ਹੈ। ਗਾਲਿਬ ਦੇ ਕੁਝ ਹੋਰ ਦਿਲਚਸਪ ਸ਼ੇਅਰ ਕਹਿ ਕੇ ਤੁਹਾਡੇ ਕੋਲੋਂ इजाज़त लेना चाहूँगी। हाथों की लकीरों पे मत जा ए गालिब, किस्मत उनकी भी होती है जिनके हाथ नहीं होते। इश्क पर जोर नहीं है जे वो आतिश है गालिब, कि लगाए ना लगे बुझाए ना बुझे। उड़ने दे इन परिंदों को आज़ाद फिजाओं में गालिब, जो तेरे अपने होंगे वो लौट आएंगे। जब लगा था तीर तब इतना दर्द न हुआ गालिब, ज़ख्म का एहसास तब हुआ जब कमान देखी अपनों के हाथ में। तोड़ा कुछ इस अदा से ताल्लुक़ उसने गालिब, कि सारी उम्र अपना कसूर ढूंढते रहें। शुभ इछावां हरजीत पंमरा।